ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਸ ਕਹਿ ਗਇਓ ਅਸ਼ਰਧਾ ਧਾਰੀ, ਮਾਇਆ ਮੋਹ ਪ੍ਰਬਲ ਜਿਹ ਭਾਰੀ। ਤਿਉ ਸੋ ਕਰੇ ਜਿਉ ਪਰੈ ਨਿਯੰਤਾ, ਜਿਉ ਜੰਤੀ ਵਸ ਵਾਜਹਿ ਜਨਤਾ। ਅਸ ਕਹਿ ਗਇਓ ਅਸ਼ਰਧਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, ਪਤਿਤ ਪਾਵਨ, ਦੀਨਾ ਬੰਧੂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤਸੰਗਤ ਦਾ ਪਵਿੱਤਰ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਰਾਏ ਭੋਏ ਦੀ ਤਲਵੰਡੀ ਦੀ ਪਾਵਨ ਧਰਤੀ ਦੇ ਉੱਪਰ ਸੱਚੇ ਪਾਤਸ਼ਾਹ ਬਚਪਨ ਦੇ ਬਾਲ ਲੀਲਾ ਦੇ ਕੌਤਕ ਕਰ ਰਹੇ ਹਨ। ਮੱਝਾਂ ਚਾਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਜਦੋਂ ਆਰਾਮ ਕਰਨ ਲੱਗ ਗਏ, ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੇ ਉੱਪਰ ਧੁੱਪ ਆ ਗਈ। ਸੂਰਜ ਦੇ ਫਿਰਨ ਕਰਕੇ ਉਸ ਸਮੇਂ ਸ਼ੇਸ਼ਨਾਗ ਨੇ, ਚਿੱਟੇ ਰੰਗ ਵਾਲਾ ਉਹ ਸ਼ੇਸ਼ਨਾਗ ਸਰੂਪ ਧਾਰ ਕੇ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਪਰ ਆਪਣੇ ਫਨ ਦਾ ਵਿਸਤਾਰ ਕਰਕੇ ਛਾਂ ਕੀਤੀ। ਰਾਏ ਬੁਲਾਰ ਜੀ ਨਗਰ ਵੱਲ ਨੂੰ ਪਰਤ ਰਹੇ ਸਨ ਫੌਜਾਂ ਦੇ ਸਮੇਤ। ਦੂਰੋਂ ਪ੍ਰਤੀਤ ਹੋਇਆ ਜਿਵੇਂ ਕੋਈ ਚਿੱਟਾ ਵਸਤਰ ਤਾਣ ਕੇ ਆਰਾਮ ਕਰ ਰਿਹਾ ਹੋਵੇ। ਨੇੜੇ ਆਏ, ਸੱਪ ਦੀ ਜੀਭਾ ਤੋਂ ਅਣਬਾਣ ਲੱਗਾ, ਇਹ ਤਾਂ ਬੜਾ ਵੱਡਾ ਭਾਰੀ ਕੋਈ ਜਿਹੜਾ ਅਜਗਰ ਸੱਪ ਹੈ, ਆਪਣੀ ਫਨ ਵਿਸਤਾਰ ਕੇ ਜੜ ਵਾਂਗੂ ਖਲੋਤਾ ਏ। ਰਾਏ ਜੀ ਨੇ ਮਨ ਵਿੱਚ ਸੋਚਿਆ, ਇਹ ਬਾਲਕ ਨੂੰ ਡਸ ਲਿਆ ਏ ਨਾਗ ਨੇ, ਤੇ ਜੇ ਇਹ ਬਾਲਕ ਨੂੰ ਡਸਿਆ ਨਹੀਂ ਤੇ ਫਿਰ ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ, ਅਵਤਾਰੀ ਪੁਰਖ ਹੈ। ਜਦੋਂ ਨੌਕਰ ਨੂੰ ਪਾਸ ਭੇਜਿਆ ਰਾਏ ਜੀ ਨੇ, ਉਸੇ ਸਮੇਂ ਜੋ ਸੱਪ ਸੀਗਾ ਉਹ ਅਲੋਪ ਹੋ ਗਿਆ। ਤੇ ਰਾਏ ਜੀ ਨੇ ਜਦੋਂ ਘੋੜੇ ਨੂੰ ਪ੍ਰੇਰਿਆ, ਲਾਗੇ ਆਏ, ਘੋੜੇ ਦੀਆਂ ਟਾਪਾਂ ਨਾਲ ਆਵਾਜ਼ ਕਰਕੇ ਸਤਿਗੁਰੂ ਜੀ ਚੇਤਨ ਹੋਏ, ਜਾਗ ਪਏ। ਰਾਏ ਬੁਲਾਰ ਜੀ ਨੂੰ ਮਹਾਰਾਜ ਜੀ ਨੇ ਨਮਸਕਾਰ ਕੀਤੀ। ਰਾਏ ਬੁਲਾਰ ਜੀ ਘੋੜੇ ਤੋਂ ਉਤਰ ਆਏ। ਬਹੁਤ ਮਨ ਪਿਆਰ ਨਾਲ ਭਰ ਗਿਆ ਰਾਏ ਜੀ ਦਾ। ਸੱਚੇ ਪਾਤਸ਼ਾਹ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ, ਮਸਤਕ ਚੁੰਮਿਆ। ਜਦੋਂ ਹਜ਼ੂਰ ਦਾ ਸਪਰਸ਼ ਪਾਇਆ, ਇਹੋ ਜੀ ਪੁਲਕਾਤ ਅਵਸਥਾ ਰਾਏ ਜੀ ਦੇ ਸਰੀਰ ਤੇ ਆਈ। ਮੁਖ ਤੋਂ ਬੋਲਣਾ ਚਾਹੁੰਦੇ ਪਰ ਬੋਲਿਆ ਨਾ ਗਿਆ। ਸੱਚੇ ਪਾਤਸ਼ਾਹ ਜੀ ਦੇ ਸਪਰਸ਼ ਨੂੰ ਪਾ ਕੇ ਆਨੰਦਿਤ ਹੋ ਗਏ। ਘਰ ਆ ਕੇ ਵੀ ਬੜਾ ਲੰਮਾ ਸਮਾਂ ਇਸ ਗੱਲ ਨੂੰ ਚੇਤੇ ਕਰਦੇ ਰਹੇ। ਬਾਬਾ ਕਾਲੂ ਜੀ ਨੂੰ ਮਹਾਰਾਜ ਦੇ ਪਿਤਾ ਜੀ ਨੂੰ ਬੁਲਾ ਕਰਕੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ ਕੇਵਲ ਪੁੱਤਰ ਕਰਕੇ ਨਾ ਜਾਣਨਾ, ਉਹ ਤਾਂ ਬੜੇ ਅਵਤਾਰੀ ਪੁਰਖ ਨੇ, ਸੰਸਾਰ ਨੂੰ ਤਾਰਨ ਆਏ ਹੈ। ਸੱਪ ਵਾਲੀ ਸਾਰੀ ਗੱਲ ਦੱਸੀ। ਪਰ ਮਹਾਰਾਜ ਦੇ ਪਿਤਾ ਜੀ ਦੇ ਮਨ ਦੇ ਉੱਪਰ ਕੋਈ ਪਿਆਰ ਵਾਲਾ, ਕੋਈ ਸ਼ਰਧਾ ਵਾਲਾ ਉਹੋ ਜਿਹਾ ਅਸਰ ਰਾਏ ਜੀ ਦੇ ਬਚਨ ਕਹਿਣ ਨਾਲ ਨਹੀਂ ਹੋਇਆ। ਇੱਥੇ ਤੱਕ ਆਪਾਂ ਕਥਾ ਸਰਵਣ ਕੀਤੀ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਕਹਿ ਗਇਓ ਅਸ਼ਰਦਾ ਧਾਰੀ। ਇਸ ਤਰ੍ਹਾਂ ਕਹਿ ਕੇ ਬਾਬਾ ਕਾਲੂ ਜੀ ਕਿ ਅੱਛਾ ਜੀ, ਜੇ ਹੋਵੇਗੀ ਸ਼ਕਤੀ ਤੇ ਜਾਣੀ ਜਾਵੇਗੀ, ਮਨ ਵਿੱਚ ਸ਼ਰਧਾ ਨਹੀਂ ਹੈ। ਇਸ ਤਰ੍ਹਾਂ ਦੇ ਬੋਲ ਕਹਿ ਕੇ ਰਾਏ ਜੀ ਪਾਸੋਂ ਆਪਣੇ ਘਰ ਨੂੰ ਚੱਲ ਪਏ। ਮਾਇਆ ਮੋਹ ਪ੍ਰਬਲ ਜਿਹ ਭਾਰੀ। ਮਾਇਆ ਦਾ ਮੋਹ ਜਿਨ੍ਹਾਂ ਦੇ ਅੰਦਰ ਬੜਾ ਭਾਰੀ ਪ੍ਰਬਲ ਹੈ, ਤਿਉ ਸੋ ਕਰੇ ਜਿਉ ਪ੍ਰੇਰੈ ਨਿਯੰਤਾ। ਤਿਵੇਂ ਹੀ ਜੀਵ ਕਰਦਾ ਨਾ, ਜਿਵੇਂ ਪ੍ਰੇਰਕ ਵਾਹਿਗੁਰੂ ਜੀਆਂ ਨੂੰ ਪ੍ਰੇਰਦੇ ਐ। ਜਿਉ ਜੰਤੀ ਵਸ ਵਾਜਹਿ ਜਨਤਾ। ਜਿਉਂ ਵਜੰਤਰੀ ਦੇ ਵਸ ਹੁੰਦਾ ਹੈ ਨਾ ਵਾਜਾ, ਜਿਵੇਂ ਵਜੰਤਰੀ ਵਜਾਵੇ ਉਵੇਂ ਹੀ ਵਾਜਾ ਵੱਜਦਾ ਏ। ਦਾਰ ਨਾਰ ਕੋ ਕਿਆ ਗੁਣ ਦੋਸ਼ੂ। ਤੇ ਜਿਹੜੀ ਕਠਪੁਤਲੀ ਹੁੰਦੀ ਹੈ ਉਹਦਾ ਕੀ ਕੋਈ ਜਿਹੜਾ ਹੈ ਗੁਣ ਤੇ ਕੀ ਕੋਈ ਦੋਸ਼ ਹੈ ਉਸ ਦਾ। ਤਿਹ ਪਰ ਕਿਆ ਪ੍ਰਸਾਦ ਕਿਆ ਰੋਸੂ। ਉਹਦੇ ਉੱਤੇ ਕੀ ਕੋਈ ਖੁਸ਼ ਹੋਵੇ ਤੇ ਕੀ ਕੋਈ ਰੋਸ ਜਿਹੜਾ ਹੈ ਕਰ ਸਕਦਾ। ਉਹਦਾ ਕੋਈ ਦੋਸ਼ ਜਿਹੜਾ ਨਾ ਉਹ ਨਹੀਂ ਗਿਣਿਆ ਜਾਂਦਾ, ਜਿਹੜੀ ਕਠਪੁਤਲੀ ਹੁੰਦੀ ਹੈ। ਸ੍ਰੀ ਨਾਨਕ ਅਨੁਸਾਰੀ ਮਾਇਆ। ਮਾਇਆ ਤਾਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਹੈ, ਮਹਾਰਾਜ ਦੀ ਆਗਿਆ ਵਿੱਚ ਹੈ। ਜਸ ਇੱਛਾ ਕਰਹੀ ਤਸ ਛਾਇਆ। ਜਿਸ ਤਰ੍ਹਾਂ ਮਹਾਰਾਜ ਇੱਛਾ ਕਰਦੇ ਐ, ਤਿਸ ਤਰ੍ਹਾਂ ਮਾਇਆ ਦਾ ਪਰਦਾ ਜਿਹੜਾ ਨਾ ਉਹਦੀ ਪਰਛਾਈ ਜੀਵ ਦੇ ਤਾਈਂ ਭਰਮਾ ਦਿੰਦੀ ਹੈ। ਮਾਇਆ ਜਿਹੜੀ ਹੈ ਉਸ ਤਰ੍ਹਾਂ ਇਹੋ ਜਿਹਾ ਪ੍ਰਬਲ ਜ਼ੋਰ ਪਾਉਂਦੀ ਹੈ ਕਿ ਹੋਰ ਸਭ ਕੁਝ ਹੀ ਵਿਸਰਿਆ ਰਹਿੰਦਾ ਹੈ, ਸੰਸਾਰ ਹੀ ਦਿਖਾਈ ਦਿੰਦਾ ਹੈ। ਮੋਹ ਮਮਤਾ ਹੀ ਜਿਹੜਾ ਮਨ ਦੇ ਅੰਦਰ ਐਸਾ ਪ੍ਰਬਲ ਹੋਈ ਰਹਿੰਦੀ ਹੈ ਕਿ ਜੀਵ ਨੂੰ ਕੁਝ ਹੋਰ ਨਹੀਂ ਸੁਝਦਾ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਹੈ ਮਾਇਆ। ਜਿਸ ਤਰ੍ਹਾਂ ਮਹਾਰਾਜ ਪ੍ਰੇਰਦੇ ਹੈ ਉਸ ਤਰ੍ਹਾਂ ਦਾ ਮਾਇਆ ਦਾ ਪਰਦਾ ਪੈ ਜਾਂਦਾ ਏ। ਹਰਮ ਆਏ ਔਰ ਹਰਖ ਸਮੇਤੂ। ਹਿਰਦੇ ਵਿੱਚ ਬਹੁਤ ਪ੍ਰਸੰਨਤਾ ਹੈ ਸੱਚੇ ਪਾਤਸ਼ਾਹ ਜੀ। ਇਉਂ ਆਪਣੇ ਘਰ ਵਿੱਚ ਆਏ ਆ ਗਰੀਬ ਨਵਾਜ ਮੱਝਾਂ ਚਾਰ ਕੇ ਸ਼ਾਮ ਦੇ ਵਕਤ। ਕਰੇ ਹੇਤ ਬੇਦੀ ਕੁਲ ਕੇਤੂ। ਬਹੁਤ ਹੇਤ ਪ੍ਰੇਮ ਕਰਦੇ ਐ ਬੇਦੀਆਂ ਦੇ ਕੁਲ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ। ਕਛ ਪ੍ਰਸੰਨਤਾ ਸੁਰ ਵਿਚਾਰੀ। ਕੁਝ ਕੁ ਪਿਤਾ ਜੀ ਨੂੰ ਵੀ ਹੁਣ ਪ੍ਰਸੰਨਤਾ ਹੈ, ਖੁਸ਼ੀ ਹੈ। ਗਾਵਾਂ ਮੱਝਾਂ ਮਹਾਰਾਜ ਝਾਰਦੇ, ਆਗਿਆ ਦਾ ਪਾਲਣ ਕਰਦੇ ਐ। ਰਿਪ ਬੁਲਾਰ ਨੁਤ ਬਹੁਰ ਉਚਾਰੀ। ਤੇ ਬੋਰੋ ਰਾਏ ਬੁਲਾਰ ਜੀ ਜੋ ਰਾਜੇ ਐ, ਉਹਨਾਂ ਨੇ ਵੀ ਸ੍ਰੀ ਗੁਰੂ ਜੀ ਦੀ ਬਹੁਤੀ ਉਸਤਤ ਜਿਹੜੀ ਆ ਆਪਣੇ ਮੁਖ ਤੋਂ ਕਹੀ ਹੈ। ਜਾਂ ਤੇ ਕਰਤ ਦੁਲਾਰ ਵਿਸਾਲਾ। ਇਸ ਕਰਕੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਹੁਣ ਸੱਚੇ ਪਾਤਸ਼ਾਹ ਜੀ ਨਾਲ, ਲਾਡ ਕਰਦੇ ਆ। ਸੀਤਲ ਲੋਚਨ ਦੇਖ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਦੇ ਸੀਤਲਤਾਈ ਦੇਣ ਵਾਲੇ, ਠੰਡਕਤਾ ਦੇਣ ਵਾਲੇ ਜਿਹੜੇ ਪਵਿੱਤਰ ਨੇਤਰ ਹਨ। ਤਾਂ ਦਿਨ ਤੇ ਤਲਵੰਡੀ ਪੁਰ ਮੈਂ। ਤਾਂ ਦਿਨ ਤੇ ਉਸ ਦਿਨ ਤੋਂ ਤਲਵੰਡੀ ਨਗਰ ਦੇ ਅੰਦਰ ਮਹਿਮਾ ਕਰਤ ਭਏ ਘਰ ਘਰ ਮੈਂ। ਘਰ ਘਰ ਦੇ ਅੰਦਰ ਸਤਿਗੁਰਾਂ ਜੀ ਦੀ ਮਹਿਮਾ ਜਿਹੜੇ ਸੀ ਨਾ ਲੋਕ ਉਥੋਂ ਦੇ ਉਹ ਕਰਨ ਲੱਗੇ। ਕਹੇ ਪਰਸਪਰ ਮਿਲ ਨਰ ਨਾਰੀ। ਆਪਸ ਦੇ ਵਿੱਚ ਪੁਰਸ਼ ਇਸਤਰੀਆਂ ਮਿਲ ਮਿਲ ਕਰਕੇ ਕਹਿੰਦੇ ਨੇ। ਸਰ ਪਛਾਉ ਨ੍ਰਿਪ ਨੈਣ ਨਿਹਾਰੀ। ਕਿ ਰਾਏ ਬੁਲਾਰ ਜੀ ਜੋ ਰਾਜੇ ਐ, ਉਹਨਾਂ ਨੇ ਆਪਣੀਆਂ ਅੱਖਾਂ ਨਾਲ ਜਿਹੜੀ ਸੀ ਸੱਪ ਨੇ ਕੀਤੀ ਹੋਈ ਫਨ ਵਿਸਥਾਰ ਕਰਕੇ ਛਾਂ ਆਪਣੀਆਂ ਅੱਖਾਂ ਨਾਲ ਵੇਖੀ ਹੈ। ਬਹੁ ਆਦਰ ਕਰ ਕੰਠ ਲਗਾਇਓ। ਬਹੁਤ ਆਦਰ ਕੀਤਾ ਰਾਏ ਜੀ ਨੇ ਤੇ ਫਿਰ ਆਪਣੇ ਗਲੇ ਨਾਲ ਲਾਉਣਾ ਕੀਤਾ। ਸਦਨ ਆਨ ਜਸ ਬਦਨ ਅਲਾਇਓ। ਤੇ ਘਰ ਵਿੱਚ ਵੀ ਆ ਕਰਕੇ ਆਪਣੇ ਮੁਖ ਤੋਂ ਭਾਰੀ ਜਸ ਜਿਹੜਾ ਹੈ ਉਹ ਕੀਤਾ ਏ। ਕਲਾਵਾਨ ਕਾਲੂ ਸੁਤ ਕੋਈ। ਜੋ ਬਾਬਾ ਕਾਲੂ ਜੀ ਹਨ, ਇਹਨਾਂ ਦੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਕੋਈ ਕਲਾਵਾਨ ਹਨ, ਕੋਈ ਸ਼ਕਤੀ ਵਾਲੇ ਹਨ। ਪ੍ਰਗਟ ਨਾ ਹੋਤ ਆਪਨ ਪਉ ਗੋਈ। ਪ੍ਰਗਟ ਨਹੀਂ ਹੋ ਰਹੇ, ਆਪਣਾ ਆਪ ਇਹਨਾਂ ਨੇ ਛੁਪਾਇਆ ਹੋਇਆ ਏ। ਅਸ ਵਿਦ ਬੀਤੀ ਰੁੱਤ ਬਸੰਤਾ। ਇਸ ਤਰੀਕੇ ਨਾਲ ਬਸੰਤ ਰੁੱਤ ਜਿਹੜੀ ਹੈ ਨਾ, ਸ੍ਰੀ ਗੁਰੂ ਜੀ ਨੂੰ ਇਹ ਕੌਤਕ ਕਰਦਿਆਂ ਹੋਇਆਂ ਤਲਵੰਡੀ ਦੇ ਅੰਦਰ
ਇਹ ਬਸੰਤ ਰੁੱਤ ਬਤੀਤ ਹੋਈ ਹੈ। ਚਾਰਤ ਸੁਰਬੀ ਸ੍ਰੀ ਜਗ ਕੰਤਾ। ਸ੍ਰੀ ਸ਼੍ਰੋਮਣੀ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੱਝਾਂ ਗਾਵਾਂ ਨੂੰ ਚਾਰਦੇ ਆ। ਪੁਨ ਗ੍ਰੀਖਮ ਰਿਤ ਕੀਨੋ ਜੋਰਾ। ਫਿਰ ਜਿਹੜੀ ਗਰਮੀਆਂ ਦੀ ਰੁੱਤ ਵੈ ਉਹਨ ਜ਼ੋਰ ਪਾਇਆ ਹੈ। ਗਰਮੀਆਂ ਦੀ ਰੁੱਤ ਆ ਗਈ ਹੈ। ਤਪਤ ਭਈ ਅਤਸ਼ੈ ਚਹੁ ਓਰਾ। ਚਾਰ ਸਫੇਰੇ ਜਿਹੜੀ ਨਾ ਬਹੁਤ ਭਾਰੀ ਤਪਸ਼ ਤੇ ਸਮੇਂ ਪੈਣ ਲੱਗ ਪਈ। ਤਪ ਹਿਰਦਾ ਜਿਵ ਮਤ ਸਰ ਧਾਰੀ। ਨਾਲ ਕਵੀ ਰਾਜ ਇੱਥੇ ਹੁਣ ਰੁੱਤ ਦੱਸਦੇ ਆ ਕਿ ਗ੍ਰੀਖਮ ਰੁੱਤ ਜਿਹੜੀ ਗਰਮੀ ਦੀ ਰੁੱਤ ਆਈ ਹੈ ਉਹਨੂੰ ਨਾਲ ਪਰਮਾਰਥ ਤੇ ਟਿਕਾਉਂਦੇ ਹਨ। ਤੋ ਇਹ ਬਾ ਕਮਾਲ ਕਵੀ ਜੀ ਦਾ ਵਿਦਵਤਾ ਦਾ ਢੰਗ ਹੈ। ਕਹਿੰਦੇ ਆ ਕਿ ਇਸ ਤਰ੍ਹਾਂ ਤਪਸ਼ ਪੈ ਰਹੀ ਹੈ। ਚਾਰ ਸਫੇਰੇ ਕਿਸ ਤਰ੍ਹਾਂ ਤਪਸ਼ ਪੈ ਰਹੀ ਹੈ ਦੱਸਦੇ ਹਨ। ਤਪ ਹਿਰਦਾ ਜਿਵ ਮਤ ਸਰ ਧਾਰੀ। ਜਿਵੇਂ ਮਤਸਰ ਈਰਖਾ ਧਾਰਨ ਕਰਨ ਵਾਲੇ ਦਾ ਹਿਰਦਾ ਤਪਦਾ ਨਾ ਈਰਖਾਲੂ ਦਾ, ਇਵੇਂ ਕਵੀਰਾਜ ਕਹਿੰਦੇ ਭਾਈ ਤਪਸ਼ ਜਿਹੜੀ ਆ ਉਹ ਪੈ ਰਹੀ ਹੈ। ਬਾਹਰਲੀ ਤਪਸ਼ ਦਾ ਅੰਤਰੀਵ ਟਿਕਾਉਂਦੇ ਆ ਕਿ ਜੇ ਇੰਨੀ ਭਾਰੀ ਤਪਸ਼ ਬਾਹਰ ਪੈਂਦੀ ਹੈ ਨਾ ਤੇ ਈਰਖਾਲੂ ਦਾ ਮਨ ਇੰਨਾ ਜ਼ਿਆਦਾ ਤਪਸ਼ ਦੇ ਸਹਿਤ ਹੁੰਦਾ ਹੈ। ਬਾਹਲਾ ਜ਼ਿਆਦਾ ਤਪਦਾ ਹੈ ਦੁੱਖ ਕਰਕੇ, ਈਰਖਾ ਕਰਕੇ। ਤਿਉ ਤਪ ਗਈ ਭੂਮਿਕਾ ਸਾਰੀ। ਜਿਵੇਂ ਈਰਖਾਲੂ ਦਾ ਹਿਰਦਾ ਤਪਦਾ ਹੈ ਇਵੇਂ ਸਾਰੀ ਧਰਤੀ ਗਰਮੀ ਦੇ ਨਾਲ ਤਪ ਗਈ। ਬਹੁਤ ਜ਼ਿਆਦਾ ਗਰਮੀ ਪੈਣ ਲੱਗ ਗਈ। ਬਹਿਤ ਜੋਰ ਸੋ ਤਪਤ ਸਮੀਰਾ। ਤੇ ਜ਼ੋਰ ਦੇ ਨਾਲ ਵਹਿਣ ਲੱਗ ਪਈ ਤਪਤ। ਬਹੁਤ ਜ਼ਿਆਦੀ ਗਰਮ ਜਿਹੜੀ ਸੀ ਨਾ ਤਾਉਣ ਵਾਲੀ ਹਵਾ, ਉਹ ਬੜੇ ਜ਼ੋਰ ਦੀ ਗਰਮ ਹਵਾ ਚੱਲਦੀ ਹੈ। ਤੱਤੀਆਂ ਲੂਆਂ ਚੱਲਦੀਆਂ ਨੇ। ਜੋ ਤਾਪੇ ਨਰ ਨਾਰ ਸਰੀਰਾ। ਪੁਰਸ਼ ਇਸਤਰੀਆਂ ਦੇ ਸਰੀਰਾਂ ਨੂੰ ਜੋ ਬੜਾ ਹੀ ਤਪਾਉਂਦੀ ਹੈ ਐਸੀ ਗਰਮ ਹਵਾ ਚੱਲਦੀ ਹੈ। ਜਿਉ ਖਲ ਉਚਰੇ ਬਚਨ ਕੁਢਾਲੀ। ਕਹਿੰਦੇ ਉਹ ਕਿਸ ਤਰ੍ਹਾਂ ਦੀ ਗਰਮ ਹਵਾ ਚੱਲਦੀ ਹੈ। ਕਹਿੰਦੇ ਜਿਵੇਂ ਖਲ ਮੂਰਖ ਜਿਹੜਾ ਨਾ ਉਹ ਬੜੀ ਬੇਢੰਗੀ ਬਾਣੀ ਆਪਣੇ ਮੁਖ ਤੋਂ ਮੰਦੇ ਬਚਨ ਜਿਵੇਂ ਬੋਲਦਾ ਏ। ਹਿਰਦਾ ਤਪਾਏ ਦੇਤ ਰਿਸ ਨਾਲੀ। ਤੇ ਫਿਰ ਗੁੱਸਾ ਆ ਜਾਂਦਾ ਨਾ ਸੁਣਨ ਵਾਲੇ ਨੂੰ ਤੇ ਹਿਰਦਾ ਤਪਾ ਦਿੰਦਾ ਹੈ। ਇਸ ਤਰ੍ਹਾਂ ਕਹਿੰਦੇ ਗਰਮ ਹਵਾ ਚੱਲ ਰਹੀ ਹੈ। ਜਿਵੇਂ ਮੂਰਖ ਕੋਈ ਮੰਦਾ ਬੋਲ ਦਵੇ, ਖੋਟੇ ਢੰਗ ਦਾ ਬੋਲ ਬੋਲੇ ਤੇ ਉਸ ਦੇ ਬੋਲ ਨਾਲ ਜਿਵੇਂ ਫਿਰ ਹਿਰਦਾ ਤਪਦਾ, ਗੁੱਸਾ ਆ ਜਾਂਦਾ। ਇਸ ਤਰ੍ਹਾਂ ਦੀ ਜਿਵੇਂ ਲੂੰਦੀ ਹੈ ਹਵਾ, ਸਾੜਦੀ ਹੈ। ਇਸ ਤਰ੍ਹਾਂ ਸਾੜ ਰਹੀ ਹੈ ਜਿਵੇਂ ਕਿਸੇ ਮੂਰਖ ਦੇ ਮੰਦੇ ਬੋਲ ਸਾੜਦੇ ਆ। ਮਾਰ ਤੰਡ ਕੀ ਚੰਡ ਮਰੀਚਾ। ਜਿਹੜਾ ਮਾਰ ਤੰਡ ਸੂਰਜ ਹੈ ਉਹਦੀਆਂ ਜਿਹੜੀਆਂ ਮਰੀਚਾਂ ਕਿਰਨਾਂ ਹਨ ਉਹ ਬੜੀਆਂ ਚੰਡ ਤਿੱਖੀਆਂ ਪੈਂਦੀਆਂ ਨੇ। ਦੁਖੀ ਜੀਵ ਲਗ ਤਾਲਨ ਵੀਚਾ। ਤੇ ਛੋਟੇ ਤਾਲਾਂ ਦੇ ਅੰਦਰ ਜਿੱਥੇ ਥੋੜਾ ਪਾਣੀ ਹੁੰਦਾ ਹੈ ਬਾਲਾ ਜੀਵ ਜੰਤੂ ਜਿਹੜੇ ਉਹ ਦੁਖੀ ਹੁੰਦੇ ਆ ਪਾਣੀ ਦੇ। ਜਿਉ ਜਗ ਭਗਤਹੀਨ ਹੈ ਪ੍ਰਾਨੀ। ਕਹਿੰਦੇ ਇਸ ਤਰ੍ਹਾਂ ਦੁਖੀ ਹੁੰਦੇ ਆ ਜਿਵੇਂ ਜਗਤ ਦੇ ਅੰਦਰ ਭਗਤ ਤੋਂ ਹੀਣਾ ਪ੍ਰਾਣੀ, ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਹੀਣਾ, ਨਾਮ ਤੋਂ ਸਖਣਾ ਪ੍ਰਾਣੀ ਦੁਖੀ ਹੁੰਦਾ ਏ। ਜਨਮ ਮਰਨ ਮਹਿ ਨਿਤ ਦੁੱਖ ਖਾਨੀ। ਤੇ ਜੰਮਣ ਮਰਨ ਦਾ ਹੀ ਕਾਰਨ ਹੈ ਜਿਹੜਾ ਨਿਤਾ ਪ੍ਰਤੀ ਇਹ ਦੁੱਖਾਂ ਦੀ ਖਾਣ ਹੀ ਹੈ ਸੰਸਾਰ। ਵਾਹਿਗੁਰੂ ਦੀ ਭਗਤੀ ਤੋਂ ਬਿਨਾ ਇਹ ਜੰਮਣ ਮਰਨ ਦੀ ਖਾਣ ਹੀ ਬਣਿਆ ਰਹਿੰਦਾ। ਭਾਵ ਸਦਾ ਜੰਮਣ ਮਰਨ ਹੀ ਪ੍ਰਾਪਤ ਹੁੰਦਾ ਰਹਿੰਦਾ। ਵਾਹਿਗੁਰੂ ਜੀ ਦਾ ਨਾਮ ਹੀ ਛਡਾਉਂਦਾ ਹੈ। ਇਸ ਤਰ੍ਹਾਂ ਕਵੀਰਾਜ ਕਹਿੰਦੇ ਆ ਕਿ ਭਾਈ ਇਉਂ ਜੀਵ ਤੜਫਦੇ ਐ ਇਸ ਸੰਸਾਰ ਦੇ ਅੰਦਰ ਭਗਤੀ ਤੋਂ ਬਿਨਾ। ਜਿਵੇਂ ਗਰਮੀ ਦੇ ਅੰਦਰ ਪਾਣੀ ਜਦੋਂ ਘਟ ਜਾਂਦਾ ਹੈ ਨਾ ਛੋਟੇ ਤਲਾਬਾਂ ਦਾ, ਤੇ ਉੱਥੇ ਫਿਰ ਜੀਵ ਜੰਤੂ ਤੜਫਦੇ ਆ ਪਾਣੀ ਤੋਂ ਬਿਨਾ। ਇਸ ਤਰ੍ਹਾਂ ਭਗਤੀ ਤੋਂ ਬਿਨਾ ਜੀਵ ਤੜਫਦੇ ਆ ਨਾਮ ਤੋਂ ਬਿਨਾ ਸੰਸਾਰ ਦੇ ਅੰਦਰ, ਤੇ ਜੰਮਣ ਮਰਨ ਦੀ ਦੁੱਖਾਂ ਦੀ ਖਾਣ 'ਚ ਹੀ ਪਏ ਰਹਿੰਦੇ ਆ। ਸੂਕੇ ਜਲ ਕਰਦਮ ਬਿਹਰਾਨੀ। ਤੇ ਜਿਹੜਾ ਇਸ ਪ੍ਰਕਾਰ ਸੁੱਕ ਗਿਆ ਜਲ ਤੇ ਕਰਦਮ ਜਿਹੜਾ ਚਿੱਕੜ ਵੈ ਉਹਦੇ ਅੰਦਰ ਜੀਵ ਜਿਹੜੇ ਆ ਪਾਣੀ ਦੇ ਬੜੇ ਫਿਰ ਵਿਆਕੁਲ ਹੁੰਦੇ ਆ, ਬੜੇ ਜ਼ਿਆਦੇ ਦੁਖੀ ਹੁੰਦੇ ਹਨ। ਜਨ ਪ੍ਰੇਮੀ ਔਰ ਸੀਖ ਸਿਖਾਨੀ। ਜਾਣਨਾ ਕਰੋ ਕਿ ਉਹ ਪ੍ਰੇਮੀਆਂ ਦੇ ਹਿਰਦੇ ਨੂੰ ਸਿੱਖਿਆ ਸਿਖਾ ਰਹੇ ਆ। ਜਦੋਂ ਸੁੱਕ ਜਾਂਦਾ ਪਾਣੀ, ਕਰਦਮ ਚਿੱਕੜ ਹੀ ਰਹਿ ਜਾਂਦਾ ਹੈ ਤੇ ਉਹਦੇ ਵਿੱਚ ਬੜਾ ਤੜਫਦੇ ਆ, ਜਿਹੜਾ ਵਿਆਕੁਲ ਹੁੰਦੇ ਆ। ਤੇ ਉਹ ਕਵੀਰਾਜ ਕਹਿੰਦੇ ਜਾਣਨਾ ਕਰੋ ਜਿਵੇਂ ਪ੍ਰੇਮੀਆਂ ਨੂੰ ਉਹ ਸਿੱਖਿਆ ਹੀ ਸਿਖਾਉਂਦੇ ਆ ਉਹਨਾਂ ਦੇ ਹਿਰਦੇ ਨੂੰ। ਸਹਿਤ ਧੂਰ ਬਹੁ ਭ੍ਰਮਤ ਬਘੂਰੇ। ਕੀ ਸਿੱਖਿਆ ਸਿਖਾਉਂਦੇ ਆ? ਜਿਵੇਂ ਪ੍ਰੇਮੀ ਐਸੇ ਹੁੰਦੇ ਆ ਕਿ ਪ੍ਰੇਮ ਜਲ ਤੋਂ ਬਿਨਾਂ ਉਹਨਾਂ ਦਾ ਹਿਰਦਾ ਫਿਰ ਤੜਫਦਾ ਹੈ ਜਿੰਨਾ ਚਿਰ ਪ੍ਰੇਮ ਦਾ ਜਲ ਨਾ ਪ੍ਰਾਪਤ ਹੋਵੇ।
ਇਸ ਤਰ੍ਹਾਂ ਪ੍ਰੇਮੀਆਂ ਨੂੰ ਉਹ ਸਿੱਖਿਆ ਦਿੰਦੇ ਆ ਕਿ ਇਹੋ ਜੀ ਸਾਡੇ ਨਾਲ ਜੋ ਹਾਲਤ ਹੋਈ ਹੈ, ਜਿਵੇਂ ਅਸੀਂ ਪਾਣੀ ਤੋਂ ਬਿਨਾਂ ਤੜਫ ਰਹੇ ਹਾਂ, ਇਵੇਂ ਹੀ ਭਾਈ ਪ੍ਰੇਮੀਓ ਤੁਹਾਨੂੰ ਵੀ ਸਿੱਖਿਆ ਧਾਰਨ ਕਰਨੀ ਚਾਹੀਦੀ ਹੈ। ਪ੍ਰੇਮ ਤਾਂ ਫਿਰ ਉਹੋ ਹੀ ਹੈ ਨਾ ਕਿ ਜਦੋਂ ਦਰਸ਼ਨਾਂ ਵਾਸਤੇ ਫਿਰ ਮਨ ਤੜਪ ਪਵੇ, ਮਨ ਦੇ ਅੰਦਰ ਬਹੁਤ ਭਾਰੀ ਜਿਹੜੀ ਹੈ ਉਹ ਆਸਾ ਤਾਂਘ ਜਾਗ ਪਵੇ। ਇਉਂ ਪ੍ਰੇਮੀਆਂ ਦੇ ਹਿਰਦੇ ਨੂੰ ਸਿੱਖਿਆ ਹੀ ਦਿੰਦੇ ਆ ਕਿ ਪ੍ਰੇਮ ਤਾਂ ਉਹ ਹੀ ਹੈ ਜਦੋਂ ਅੰਦਰ ਮਨ ਜਿਹੜਾ ਹੈ ਉਹ ਤੜਪ ਪਵੇ, ਕੁਝ ਵੀ ਹੋਰ ਚੰਗਾ ਨਾ ਲੱਗੇ, ਇੱਕ ਵਾਹਿਗੁਰੂ ਦਾ ਪ੍ਰੇਮ ਹੀ ਮਨ ਨੂੰ ਭਾਉਂਦਾ ਹੋਵੇ। ਇਸ ਤਰ੍ਹਾਂ ਕਵੀਰਾਜ ਕਹਿੰਦੇ ਇਹ ਸਿੱਖਿਆ ਸਿਖਾਉਂਦੇ ਆ ਪ੍ਰੇਮੀਆਂ ਦੇ ਹਿਰਦਿਆਂ ਨੂੰ। ਜਿਉ ਮਤ ਭ੍ਰਮਤ ਬਿਨਾ ਗੁਰ ਪੂਰੇ, ਜਿਵੇਂ ਫਿਰ ਕਹਿੰਦੇ ਹਨ, ਪਿਛਲੀ ਪੰਕਤੀ ਪੜੋ, ਸਹਿਤ ਧੂਰ ਬਹੁ ਭ੍ਰਮਤ ਬਗੂਰੇ। ਜਿਹੜੇ ਇਸ ਪ੍ਰਕਾਰ ਬਗੂਰੇ ਕਹਿੰਦੇ ਆ ਵਾਵ ਰੋਲਿਆਂ ਨੂੰ, ਜਿਹੜੇ ਵਾਵ ਰੋਲੇ ਪੈਂਦੇ, ਜਿਵੇਂ ਇੱਧਰ ਟਰਨੇਡੋ ਆ ਜਾਂਦੇ ਆ, ਇਸ ਪ੍ਰਕਾਰ ਜਿਹੜੇ ਇਹ ਬਗੂਰੇ ਹਨ ਨਾ, ਵਾਵ ਰੋਲੇ, ਇਹ ਘੱਟੇ ਮਿੱਟੀ ਵਾਲੇ, ਬਹੁਤ ਜ਼ਿਆਦਾ ਧੂੜ ਇਹਨਾਂ ਵਿੱਚ, ਇਹ ਵਾਵ ਰੋਲੇ ਪੈਂਦੇ ਆ ਗਰਮੀ ਦੇ ਰੁੱਤ ਵਿੱਚ। ਜਿਉ ਮਤ ਭ੍ਰਮਤ ਬਿਨਾ ਗੁਰ ਪੂਰੇ, ਕਹਿੰਦੇ ਇਸ ਤਰ੍ਹਾਂ ਵਾਵ ਰੋਲੇ ਪੈ ਰਹੇ ਆ। ਕਿਸ ਤਰ੍ਹਾਂ ਪ੍ਰਮਾਣ ਦਿੰਦੇ, ਕਹਿੰਦੇ ਜਿਵੇਂ ਪੂਰੇ ਗੁਰੂ ਜੀ ਤੋਂ ਬਿਨਾ ਜੀਵ ਦੀ ਮੱਤ ਭਰਮਦੀ ਫਿਰਦੀ ਰਹਿੰਦੀ ਹੈ। ਵਾਵ ਰੋਲੇ ਜਿਹੜੇ ਇਉਂ ਮਿੱਟੀ ਘੱਟੇ ਦੇ ਸਹਿਤ ਉੱਠਦੇ ਆ, ਕਹਿੰਦੇ ਜਿਵੇਂ ਪੂਰੇ ਗੁਰੂ ਜੀ ਨੂੰ ਧਾਰਨ ਕੀਤੇ ਤੋਂ ਬਿਨਾ ਜੀਵ ਦੀ ਮੱਤ ਦੇ ਅੰਦਰ ਨਾ ਹੰਕਾਰ ਦੇ ਹਉਮੈ ਦੇ ਵਾਵ ਰੋਲੇ ਹੀ ਉੱਠਦੇ ਰਹਿੰਦੇ ਆ, ਬੇਮੁਖਤਾਈ ਦੇ ਵਾਵ ਰੋਲੇ ਹੀ ਉੱਠਦੇ ਰਹਿੰਦੇ ਆ। ਉਹ ਆਪਣੀ ਹਵਾ 'ਚ ਹੀ ਸਾਰੀ ਜ਼ਿੰਦਗੀ ਜਿਹੜੀ ਆ ਨਾ, ਹੰਕਾਰ ਦੀ ਹਵਾ ਦੇ ਅੰਦਰ, ਪਦਾਰਥਾਂ ਦੀ ਪਕੜ ਦੇ ਅੰਦਰ ਹੀ ਆਪਣੀ ਸਾਰੀ ਜ਼ਿੰਦਗੀ ਜਿਹੜੀ ਇਹਨਾਂ ਵਾਵ ਰੋਲਿਆਂ 'ਚ ਹੀ ਬਤੀਤ ਕਰ ਛੱਡਦਾ, ਮੱਤ ਮਾਰੀ ਜਾਂਦੀ ਹੈ। ਇਉਂ ਮੱਤ ਜਿਵੇਂ ਭਰਮਦੀ ਹੈ ਪੂਰੇ ਗੁਰੂ ਜੀ ਤੋਂ ਬਿਨਾ, ਇਸ ਤਰ੍ਹਾਂ ਕਵੀਰਾਜ ਕਹਿੰਦੇ ਭਾਈ ਗਰਮੀ ਦੀ ਰੁੱਤ ਦੇ ਅੰਦਰ ਵਾਵ ਰੋਲੇ ਪੈਂਦੇ ਆ, ਬਹੁਤ ਮਿੱਟੀ ਘੱਟੇ ਵਾਲੇ। ਮ੍ਰਿਗ ਤ੍ਰਿਸ਼ਨਾ ਕੋ ਹੇਰਿਹ ਨੀਰਾ, ਫਿਰ ਕਹਿੰਦੇ ਜਦੋਂ ਗਰਮੀ ਹੁੰਦੀ ਹੈ ਉਦੋਂ ਮ੍ਰਿਗ ਤ੍ਰਿਸ਼ਨਾ ਦਾ ਜਿਹੜਾ ਜਲ ਹੈ ਉਹ ਵੇਖਣ ਨੂੰ ਜਿਹੜਾ ਪ੍ਰਤੀਤ ਹੁੰਦਾ ਹੈ ਕਿ ਇੱਥੇ ਜਲ ਹੈ, ਪਰ ਜਲ ਤਾਂ ਉੱਥੇ ਹੁੰਦਾ ਨਹੀਂ। ਮ੍ਰਿਗ ਨੂੰ, ਹਿਰਨ ਨੂੰ ਜਿਵੇਂ ਤ੍ਰਿਸ਼ਨਾ ਤੇ ਲੱਗਦੀ ਹੈ ਤੇ ਜਲ ਨੂੰ ਵੇਖਦਾ ਹੈ ਕਿ ਦੂਰ ਜਲ ਹੈ, ਪਰ ਉਹ ਤਾਂ ਗਰਮੀ ਦੇ ਪ੍ਰਭਾਵ ਕਰਕੇ ਝਿਲਮਿਲ ਜੀ ਪੈਂਦੀ ਹੈ, ਜਲ ਤਾਂ ਉੱਥੇ ਹੁੰਦਾ ਨਹੀਂ ਹੈ। ਦੌੜਤ ਮ੍ਰਿਗ ਨਹਿ ਪਾਵਹਿ ਧੀਰਾ, ਤੇ ਜਦੋਂ ਦੌੜਦਾ ਹੈ ਹਿਰਨ ਪਰ ਧੀਰਜ ਨਹੀਂ ਪਾਉਂਦਾ, ਫਿਰ ਉੱਥੇ ਜਲ ਨਹੀਂ ਹੁੰਦਾ, ਅੱਗੋਂ ਵੇਖਦਾ ਉਹ ਦੂਰ ਫੇਰ ਪ੍ਰਤੀਤ ਹੁੰਦਾ। ਧੀਰਜ ਨਹੀਂ ਪਾਉਂਦਾ, ਦੌੜਦਾ ਹੀ ਮਰਦਾ ਏ। ਜਿਉ ਮਨ ਵਿਖੇ ਸੁਖਨ ਹਿਤ ਧਾਈ, ਕਹਿੰਦੇ ਇਸ ਤਰ੍ਹਾਂ ਮਨ ਰੂਪੀ ਹਿਰਨ ਜਿਹੜਾ ਨਾ, ਉਹ ਵਿਸ਼ੇ ਸੁੱਖਾਂ ਰੂਪੀ ਜਿਹੜੀ ਹੈ ਨਾ, ਇਹ ਇਹਨੂੰ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਹਿਰਨ ਨੂੰ ਪ੍ਰਤੀਤ ਹੁੰਦਾ ਉੱਥੇ ਪਾਣੀ ਹੈ, ਮਨ ਨੂੰ ਪ੍ਰਤੀਤ ਹੁੰਦਾ ਹੈ ਕਿ ਵਿਸ਼ਿਆਂ ਵਿੱਚ ਸੁੱਖ ਹੈ। ਵਿਸ਼ੇ ਭੋਗਣ ਨਾਲ, ਵੇਖਣ ਨਾਲ, ਅਸ਼ਲੀਲ ਗੱਲਾਂ ਸੁਣਨ ਨਾਲ ਇਹਦੀ ਚੇਸ਼ਟਾ ਹੁੰਦੀ ਹੈ ਮਨ ਦੀ ਕਿ ਹੋਰ ਰੂਪ ਵੇਖਾਂ, ਮਨ ਨੂੰ ਇਉਂ ਇੱਛਾ ਹੁੰਦੀ ਵਿਸ਼ੇ ਭੋਗ ਲਵਾਂ, ਸੁਖੀ ਹੋ ਜਾਵਾਂਗਾ। ਤੇ ਇਸ ਪ੍ਰਕਾਰ ਕਹਿੰਦੇ ਆ ਜਿਵੇਂ ਤ੍ਰਿਸ਼ਨਾ ਦਾ, ਉਹ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਨਾ, ਵੇਖਣ ਨੂੰ ਪ੍ਰਤੀਤ ਹੁੰਦਾ ਹੈ, ਉਹ ਜੀਵ ਨੂੰ ਵੇਖਣ ਨੂੰ, ਮਨ ਨੂੰ ਪ੍ਰਤੀਤ ਹੁੰਦਾ ਹੈ ਕਿ ਉੱਥੇ ਸੁੱਖ ਹੈ। ਇਸ ਤਰ੍ਹਾਂ ਕਵੀਰਾਜ ਫਰਮਾਉਂਦੇ ਇਸੇ ਪ੍ਰਕਾਰ, ਜਿਉ ਮਨ ਵਿਖੇ ਸੁਖਨ ਹਿਤ ਧਾਈ, ਜਿਸ ਤਰ੍ਹਾਂ ਮਨ ਵਿਸ਼ੇ ਸੁੱਖਾਂ ਵਾਸਤੇ ਧਾਉਂਦਾ ਹੈ, ਦੌੜਦਾ ਹੈ ਹਿਰਨ ਵਾਂਗ, ਤ੍ਰਿਪਤ ਨਾ ਹੋਤ ਨਾ ਥਿਰਤਾ ਪਾਈ, ਨਾ ਫਿਰ ਇਹਨੂੰ ਤ੍ਰਿਪਤੀ ਆਉਂਦੀ ਹੈ ਮਨ ਨੂੰ, ਰੱਜ ਆਉਂਦਾ ਥੋੜੋ ਵਿਸ਼ੇ ਭੋਗ ਕੇ, ਤੇ ਨਾ ਹੀ ਥਿਰਤਾ ਪਾਉਂਦਾ, ਟਿਕਾ ਨਹੀਂ ਪਾਉਂਦਾ ਉਹਨੇ ਵਿੱਚ, ਹੋਰ ਅੱਗੇ ਤੋਂ ਅੱਗੇ ਤੀਬਰ ਇੱਛਾ ਜਿਹੜੀ ਆ ਉਹ ਭੁੱਖ ਹੋਰ ਵੱਧਦੀ ਜਾਂਦੀ ਹੈ। ਇਸੇ ਤਰ੍ਹਾਂ ਹਿਰਨ ਨੂੰ ਕਿਹੜੀ ਤ੍ਰਿਪਤੀ ਹੁੰਦੀ ਹੈ ਉਸ ਮ੍ਰਿਗ ਤ੍ਰਿਸ਼ਨਾ ਦੇ ਜਲ ਵਿੱਚੋਂ ਕਿ ਪੀ ਕੇ ਪਿਆਸ ਬੁਝਾ ਲੈਂਦਾ ਹੈ? ਨਹੀਂ, ਉਹਦੀ ਪਿਆਸ ਨਹੀਂ ਬੁਝਦੀ, ਹੋਰ ਪਿਆਸ ਨਾਲ ਸਗੋਂ ਤੜਫਦਾ। ਇਵੇਂ ਮਨ ਜਿੰਨੇ ਵਿਸ਼ੇ ਭੋਗਾਂ ਨੂੰ ਭੋਗਦਾ ਸਗੋਂ ਪਿਆਸ ਨਾਲ ਤੜਫਦਾ ਤੇ ਹੋਰ ਜਿਹੜਾ ਹੈ ਇਹਨੂੰ ਭਟਕਣਾ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਦਾ ਮ੍ਰਿਗ ਤ੍ਰਿਸ਼ਨਾ ਦੀ ਹਾਲਤ ਹੈ। ਇਹ ਕਵੀਰਾਜ ਦਾ ਦ੍ਰਿਸ਼ਟਾਂਤ ਦੇ ਕਰਕੇ ਨਾਲ ਪਰਮਾਰਥ ਟਿਕਾ ਰਹੇ ਹਨ। ਬਸ ਪੰਛੀ ਹੇਰਿਹ ਤਰ ਛਾਇਆ, ਤੇ ਗਰਮੀ ਦੀ ਰੁੱਤ ਵਿੱਚ ਜਿਹੜੇ ਪਸ਼ੂ ਪਕਸ਼ੀ ਹੈ ਉਹ ਬ੍ਰਿਕਸ਼ਾਂ ਦੀ
ਰੁੱਖਾਂ ਦੀ ਛਾਵਾਂ ਨੂੰ ਵੇਖਦੇ ਐ ਲੱਭਦੇ ਹਨ ਬੈਸੇ ਤਪਤੇ ਤੇ ਸੁਖ ਪਾਇਆ। ਤੇ ਬੈਠਦੇ ਆ ਰੁੱਖਾਂ ਦੀਆਂ ਛਾਵਾਂ ਥੱਲੇ ਆ ਕਰਕੇ ਤੇ ਤਪਤ ਤੋਂ ਸੁਖ ਪਾਉਂਦੇ ਆ, ਗਰਮੀ ਤੋਂ ਸੁਖ ਪਾਉਂਦੇ ਹਨ। ਬਹੁਤ ਜਗਤ ਦੁਖ ਤੇ ਜਗਿਆਸੀ। ਕਿਸ ਤਰ੍ਹਾਂ ਸੁਖ ਪਾਉਂਦੇ ਆ ਕਹਿੰਦੇ ਨੇ, ਫਿਰ ਪੜੋ। ਬਹੁਤ ਜਗਤ ਦੁਖ ਤੇ ਜਗਿਆਸੀ। ਬਹੁਤ ਜ਼ਿਆਦਾ ਦੁੱਖ ਦੇ ਸਹਿਤ ਜਗਤ ਦੇ ਅੰਦਰ ਜਦੋਂ ਜਗਿਆਸੂ ਜੋ ਹੁੰਦੇ ਹਨ, ਜਿਉ ਮਿਲ ਸਤ ਸੰਗਤ ਸੁਖ ਰਾਸੀ। ਜਿਵੇਂ ਸਤ ਸੰਗਤ ਦੇ ਵਿੱਚ ਮਿਲ ਕਰਕੇ ਉਹਨਾਂ ਨੂੰ ਸੁੱਖਾਂ ਦੀ ਰਾਸ ਹੀ ਪ੍ਰਾਪਤ ਹੋ ਜਾਂਦੀ ਹੈ ਨਾ, ਜਗਿਆਸੂਆਂ ਨੂੰ ਸੁਖ ਮਿਲ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਪੰਛੀ ਜਿਹੜੇ ਆ ਨਾ ਬਾਹਰੋਂ ਗਰਮੀ ਤੋਂ ਬਚਣ ਲਈ ਆ ਕੇ ਰੁੱਖਾਂ ਦੀ ਛਾਵਾਂ ਥੱਲੇ ਬੈਠਦੇ ਆ। ਇਵੇਂ ਕਹਿੰਦੇ ਜਿਵੇਂ ਜਗਿਆਸੂ ਜਿਹੜੇ ਆ ਨਾ ਉਹ ਆਪਣੇ ਮਨ ਦੀ ਆਦ ਵਿਆਦ ਤੋਂ ਬਚਣ ਲਈ, ਮਨ ਦੇ ਦੁੱਖਾਂ ਤੋਂ ਬਚਣ ਲਈ, ਵਿਕਾਰਾਂ ਤੋਂ ਬਚਣ ਲਈ ਜਾ ਕੇ ਸਤ ਸੰਗਤ ਦੀ ਓਟ ਲੈ ਲੈਂਦੇ ਆ। ਤੇ ਸਤ ਸੰਗਤ ਦੀ ਫਿਰ ਕੀ ਹੈ ਕਿ ਉਹਦੀ ਸ਼ਾਂਤੀ ਰੂਪੀ ਠੰਡਕ ਨੂੰ ਮਾਣਦੇ ਆ, ਆਨੰਦ ਮਾਣਦੇ ਆ। ਸਤ ਸੰਗਤ ਵਿੱਚ ਸ਼ਾਂਤ ਹੋ ਜਾਂਦਾ ਚਿੱਤ। ਭਾਵਹਿ ਬਹੁ ਸੀਤਲਤਾ ਪਾਨੀ। ਤੇ ਬੜਾ ਜਿਹੜਾ ਠੰਡਾ ਸੀਤਲਤਾ ਵਾਲਾ ਠੰਡਾ ਪਾਣੀ ਹੈ ਨਾ ਉਹ ਪਾਉਂਦਾ ਹੈ ਗਰਮੀ ਦੀ, ਜਦੋਂ ਤਪਸ਼ ਦੀ ਰੁੱਤ ਹੁੰਦੀ ਹੈ। ਬੜਾ ਹੀ ਠੰਡਾ ਜਿਹੜਾ ਜਲ ਹੈ ਸਭ ਨੂੰ ਪਾਉਂਦਾ ਹੈ, ਚੰਗਾ ਲੱਗਦਾ ਏ। ਭਾਗ ਜਗੇ ਜੋ ਗੁਰ ਕੀ ਬਾਣੀ। ਕਹਿੰਦੇ ਐਵੇਂ ਠੰਡਾ ਪਾਣੀ ਠੰਡ ਪਾਉਂਦਾ ਫਿਰ, ਜਿਵੇਂ ਕਹਿੰਦੇ ਭਾਗ ਜਾਗ ਪੈਣ ਤੇ ਫਿਰ ਜਿਵੇਂ ਗੁਰੂ ਜੀ ਦੀ ਬਾਣੀ ਤਪਦੇ ਮਨ ਨੂੰ ਠੰਡ ਪਾ ਦਿੰਦੀ ਹੈ ਨਾ, ਇਸ ਤਰ੍ਹਾਂ ਕਹਿੰਦੇ ਨੇ ਜਿਵੇਂ ਗਰਮੀ ਦੀ ਰੁੱਤ ਵਿੱਚ ਪਾਣੀ ਪਾਉਂਦਾ ਨਾ ਠੰਡਾ, ਇਵੇਂ ਫਿਰ ਪ੍ਰੇਮੀਆਂ ਨੂੰ ਸਤਿਗੁਰਾਂ ਜੀ ਦੀ ਬਾਣੀ ਪਾਉਂਦੀ ਹੈ ਜਿਹੜੀ ਦਿਲ ਦੇ ਅੰਦਰ ਠੰਡ ਪਾ ਦਿੰਦੀ ਹੈ। ਤਪਸ਼ ਕਿਹੜੀ ਹੈ? ਵਿਕਾਰਾਂ ਵਾਲੀ ਤਪਸ਼ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਠੰਡ ਪਾਉਂਦੀ। ਜਦੋਂ ਭਾਗ ਜਾਗਦੇ ਆ ਜੀਵ ਦੇ, ਉਦੋਂ ਫਿਰ ਉਹਨੂੰ ਬਾਣੀ ਰੂਪੀ ਠੰਡੇ ਜਲ ਨਾਲ ਠੰਡ ਪੈ ਜਾਂਦੀ ਹੈ। ਅਸ ਗ੍ਰੀਖਮ ਮਹਿ ਸ੍ਰੀ ਜਗ ਸਾਈ। ਇਹੋ ਜੀ ਗਰਮੀ ਦੇ ਰੁੱਤ ਦੇ ਅੰਦਰ ਸ਼੍ਰੀ ਸ਼੍ਰੋਮਣੀ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਰਤ ਲੀਲਾ ਕਰਤ ਸੁਹਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰਦੇ ਐ, ਲੀਲਾ ਕਰਦੇ ਆ, ਕੌਤਕ ਕਰਦੇ ਆ, ਬੜੇ ਸੋਭਨੀਕ। ਜਹ ਤਰਵਰ ਛਾਇਆ ਰਮਣੀ ਕੀ। ਜਿੱਥੇ ਬ੍ਰਿਕਸ਼ ਦੀਆਂ ਰੁੱਖਾਂ ਦੀਆਂ ਸੋਹਣੀਆਂ ਸੰਘਣੀਆਂ ਛਾਵਾਂ ਹੁੰਦੀਆਂ ਬੜੀਆਂ ਸੁੰਦਰ, ਤਹ ਚਾਰਤ ਸੁਰਬੀ ਬੇਦਨੀ ਕੀ। ਉੱਥੇ ਚੰਗੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਾਵਾਂ ਮੱਝਾਂ ਨੂੰ ਚਾਰਦੇ ਆ। ਜਹ ਸੁੰਦਰ ਜਲ ਸੀਤਲ ਸਾਲੀ। ਜਿੱਥੇ ਬਹੁਤ ਜ਼ਿਆਦਾ ਸੁੰਦਰ ਵੈ ਜਲ, ਸ਼ੀਤਲਤਾ ਦਾ ਘਰ ਹੀ ਹੈ ਜਾਣੋ। ਐਸੇ ਸੋਹਣੇ ਖੇਤ ਹਨ, ਐਸੀ ਸੰਘਣੀ ਛਾਂ ਇੱਕ ਠੰਡਕ ਦਾ ਘਰ ਹੀ ਹਨ। ਤਹ ਖੇਲੇ ਬਾਲਕ ਮਿਲ ਨਾਲੀ। ਉੱਥੇ ਸਤਿਗੁਰੂ ਜੀ ਖੇਲਦੇ ਆ ਬਾਲਕਾਂ ਦੇ ਨਾਲ ਮਿਲ ਕਰਕੇ। ਸਭ ਬਾਸੁਰ ਬਨ ਬੀਚ ਬਿਹਾਰੈ। ਸਾਰਾ ਜਿਹੜਾ ਦਿਨ ਹੈ ਉਹ ਤਾਂ ਮਹਾਰਾਜ ਜੀ ਜੰਗਲ ਦੇ ਅੰਦਰ ਹੀ ਬਤੀਤ ਕਰ ਦਿੰਦੇ ਆ। ਆਵਹਿ ਰਜਨੀ ਸਦਨ ਗੁਜਾਰੈ। ਆ ਕਰਕੇ ਮਹਾਰਾਜ ਜੀ ਰਾਤ ਦਾ ਸਮਾਂ ਆਪਣੇ ਘਰ ਵਿੱਚ ਗੁਜ਼ਾਰਦੇ ਆ, ਬਤੀਤ ਕਰਦੇ ਆ। ਗੋਖਰ ਧੂਰ ਬਦਨ ਪਰ ਲਾਗਾ। ਜੋ ਗਊਆਂ ਦੇ ਪੈਰਾਂ ਦੀ ਖੁਰਾਂ ਦੀ ਧੂੜ ਹੈ ਜਿਹੜੀ ਉਹ ਸਤਿਗੁਰਾਂ ਜੀ ਦੇ ਮੁਖ ਦੇ ਉੱਤੇ ਪਈ ਆ ਉੱਡ ਕਰਕੇ। ਜਨ ਪੰਕਜ ਪਰ ਸ਼ੁਭਦ ਪਰਾਗਾ। ਕਵਿਰਾਜ ਕਹਿੰਦੇ ਉਹ ਲੱਗਦਾ ਫੱਬਦੀ ਆ ਪਈ ਹੋਈ ਧੂੜ, ਜਿਵੇਂ ਕਮਲ ਦੇ ਉੱਤੇ ਜਿਹੜਾ ਧੂੜਾ ਪਿਆ ਹੁੰਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਮੁਖ ਮੰਡਲ ਦੇ ਉੱਤੇ ਪਈ ਹੋਈ ਗਊਆਂ ਮੱਝਾਂ ਦੇ ਖੁਰਾਂ ਦੀ ਧੂੜ ਬੜੀ ਫੱਬਦੀ ਹੈ। ਅੰਕ ਬਸਾਏ ਮਾਤ ਬਲ ਜਾਈ। ਮਾਤਾ ਤ੍ਰਿਪਤਾ ਜੀ ਸੱਚੇ ਪਾਤਸ਼ਾਹ ਜੀ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਦੇ ਆ, ਬਲਹਾਰ ਜਾਂਦੇ ਆ ਸ਼੍ਰੀ ਗੁਰੂ ਜੀ ਦੇ ਉੱਪਰੋਂ। ਬਦਨ ਪਹੁੰਚ ਦੇਖੇ ਹਿਤ ਲਾਈ। ਤੇ ਮਹਾਰਾਜ ਜੀ ਦਾ ਮੁਖੜਾ ਪੂੰਝਿਆ ਹੈ ਆਪਣੇ ਪੱਲੂ ਨਾਲ, ਤੇ ਹਿੱਤ ਲਾ ਕੇ ਪ੍ਰੇਮ ਲਾ ਕੇ ਸ਼੍ਰੀ ਗੁਰੂ ਜੀ ਨੂੰ ਤੱਕਦੇ ਆ ਮਾਤਾ ਜੀ। ਕਰਤ ਦੁਲਾਰ ਸੰਗ ਪ੍ਰਿਯਬਾਨੀ। ਤੇ ਦੁਲਾਰ ਕਰਦਿਆਂ ਲਾਡ ਲਡਾਉਂਦਿਆਂ ਹੋਇਆਂ ਬੜੇ ਪਿਆਰ ਨਾਲ ਆਪਣੇ ਮੁਖ ਤੋਂ ਮਾਤਾ ਜੀ ਕਹਿੰਦੇ ਆ, ਤਾਤ ਨਾ ਕੀਜੈ ਅਬ ਬਨ ਜਾਨੀ। हे ਪੁੱਤਰ ਨਾਨਕ ਜੀ, ਹੁਣ ਨਾ ਤੁਸੀਂ ਜੰਗਲ ਵਿੱਚ ਚੱਲ ਕਰਕੇ ਜਾਣਾ ਕਰਿਓ। ਆਤਪ ਲਗੀ ਅੰਕ ਕੇ ਸੰਗਾ। ਧੁੱਪ ਲੱਗ ਗਈ ਹੈ ਸਰੀਰ ਦੇ ਅੰਗਾਂ ਦੇ ਨਾਲ। ਸ਼ੁਭ ਰੰਗੇ ਤੇ ਭਇਓ ਕੁਰੰਗਾ। ਤੇ ਏਡਾ ਸੋਹਣਾ ਰੰਗ ਸੀ ਮੇਰੇ ਪੁੱਤਰ ਦਾ, ਤੇ ਕਿਹੋ ਜਿਹਾ ਹੁਣ ਰੰਗ ਜਿਹੜਾ ਉਹ ਖੋਟਾ ਹੋ ਗਿਆ, ਪਰ ਸੋਹਣੇ ਰੰਗ ਤੋਂ
ਜਿਹੜਾ ਭੈੜਾ ਰੰਗ ਹੋ ਗਿਆ, ਧੁੱਪ ਬਾਹਲੀ ਲੱਗ ਗਈ, ਸੇਕ ਲੱਗਾ ਧੁੱਪ ਦਾ। ਬਨ ਵਿਚਰਤ ਭੇ ਦੁਰਬਲ ਅੰਗਾ, ਤੇ ਜੰਗਲ ਵਿੱਚ ਵਿਚਰਨੇ ਕਰਕੇ ਅੰਗ ਵੀ ਸਰੀਰ ਦੇ ਕਮਜ਼ੋਰ ਹੋ ਗਏ ਐ। ਪੁਰ ਮਹਿ ਖੇਲੋ ਹੋ ਸੰਗ ਉਮੰਗਾ, ਤੇ ਹੁਣ ਤੁਸੀਂ ਖੁਸ਼ੀ ਦੇ ਨਾਲ, ਉਤਸ਼ਾਹ ਦੇ ਨਾਲ ਨਗਰ ਵਿੱਚ ਹੀ ਖੇਲਣਾ ਕਰੋ। ਸਭ ਦਿਨ ਬਨ ਮਹਿ ਕਰਹੁ ਗੁਜ਼ਾਰਨ, ਤੁਸੀਂ ਸਾਰਾ ਦਿਨ ਹੀ ਜੰਗਲ ਦੇ ਵਿੱਚ ਹੀ ਬਤੀਤ ਕਰਦੇ ਹੋ। ਤਰਸਤ ਲੋਚਨ ਦਰਸ਼ਨ ਕਾਰਨ, ਮੇਰੀਆਂ ਅੱਖਾਂ ਤਰਸ ਜਾਂਦੀਆਂ ਤੁਹਾਡੇ ਦਰਸ਼ਨ ਵੇਖਣ ਨੂੰ। ਇਉਂ ਮਾਤਾ ਜੀ ਪਿਆਰ ਨਾਲ ਸ੍ਰੀ ਗੁਰੂ ਜੀ ਨੂੰ ਕਹਿੰਦੇ ਐ ਕਿ ਤੁਹਾਡਾ ਦਰਸ਼ਨ ਵੇਖਣ ਨੂੰ ਮੇਰੀਆਂ ਅੱਖਾਂ ਤਰਸ ਜਾਂਦੀਆਂ ਨੇ। ਸ਼ਾਮ ਨੂੰ ਤੁਸੀਂ ਆਉਂਦੇ ਹੋ। ਜਾਮਹਿ ਦਾਸ ਜੇ ਸੁਰਬੀ ਚਾਰਨ, ਜਿਹੜੇ ਗਾਵਾਂ ਮੱਝਾਂ ਨੂੰ ਚਾਰਨ ਵਾਲੇ ਨੌਕਰ ਆ, ਉਹ ਹੁਣ ਕੱਲ ਤੋਂ ਜਾਣਗੇ। ਤੁਮ ਘਰ ਰਹੀਏ ਬਿਰਹਿ ਬਿਦਾਰਨ, ਤੁਸੀਂ ਹੁਣ ਘਰੇ ਹੀ ਰਹੋ। ਮੇਰਾ ਜਿਹੜਾ ਬਿਰਹ ਹੈ ਵਿਛੋੜਾ, ਉਹਨੂੰ ਨਾਸ਼ ਕਰੋ। ਹੁਣ ਨਹੀਂ ਤੁਹਾਨੂੰ ਜਿਹੜਾ ਹੈ ਉਹ ਜਾਣ ਦੇਣਾ ਜੰਗਲ ਵਿੱਚ। ਕਰ ਦੁਲਾਰ ਬਹੁ ਸੁਤ ਬੈਸਾਇਓ, ਇਉਂ ਬਹੁਤ ਪਿਆਰ ਕਰਦੇ ਆ, ਲਾਡ ਕਰਦੇ ਆ। ਮਾਤਾ ਜੀ ਨੇ ਆਪਣੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ ਏ। ਚਲ ਤਤਕਾਲੇ ਕਾਲੂ ਆਇਓ, ਬੜੀ ਛੇਤੀ ਨਾਲ ਹੀ ਉਸ ਸਮੇਂ ਚੱਲਦੇ ਹੋਏ ਮਹਾਰਾਜ ਦੇ ਪਿਤਾ ਜੀ ਬਾਬਾ ਕਾਲੂ ਜੀ ਆ ਗਏ। ਬਤ ਸੋ ਕਹਿਤ ਏਕ ਹਮ ਤਾਤਾ, ਆਪਣੇ ਪਤੀ ਦੀ ਦੇ ਨਾਲ ਭਾਵ ਬਾਬਾ ਕਾਲੂ ਜੀ ਦੇ ਨਾਲ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਇੱਕੋ ਹੀ ਸਾਡਾ ਇਕਲੌਤਾ ਪੁੱਤਰ ਵੈ। ਸੋ ਕਿਨੋ ਸੁਰਬੀ ਕੋ ਤਰਾਤਾ, ਉਹ ਵੀ ਤੁਸੀਂ ਵੇਖੋ ਗਾਵਾਂ ਮੱਝਾਂ ਦਾ ਰਖਵਾਲਾ ਬਣਾ ਛੱਡਿਆ ਏ। ਸਭ ਬਾਸੁਰ ਬਨ ਬੀਚ ਬਿਹਾਰੂ, ਸਾਰਾ ਜਿਹੜਾ ਦਿਨ ਵੇ ਇਹਨਾਂ ਨੂੰ ਜੰਗਲ ਵਿੱਚ ਹੀ ਬਤੀਤ ਹੋ ਜਾਂਦਾ ਏ। ਕੁਮਲਾਵਤ ਕਮਲਾਨਨ ਚਾਰੂ, ਸੁੰਦਰ ਕਮਲ ਵਰਗਾ ਮੁਖੜਾ ਕਿਵੇਂ ਕੁਮਲਾ ਗਿਆ ਏ। ਅਬ ਨਾ ਭੇਜੀਏ ਸੁਰਬੀ ਸੰਗਾ, ਹੁਣ ਨਹੀਂ ਗਾਵਾਂ ਮੱਝਾਂ ਦੇ ਚਾਰਨ ਵਾਸਤੇ ਭੇਜਣਾ ਕਰਿਓ। ਹੋਏਗੇ ਦੁਰਬਲ ਮ੍ਰਿਦੁਲ ਸੋ ਅੰਗਾ, ਕਿੰਨੇ ਕੋਮਲ ਅੰਗ ਸਾਰੇ ਕਮਜ਼ੋਰ ਹੋ ਗਏ ਐ। ਜਬ ਦੰਪਤ ਸਮਝੇ ਅਸਰੀਤੀ, ਜਦੋਂ ਦੰਪਤ ਭਾਵ ਪਤੀ ਸਤੀ ਗੁਰੂ ਜੀ ਦੇ ਮਾਤਾ ਪਿਤਾ ਜਦੋਂ ਇਸ ਤਰੀਕੇ ਨਾਲ ਸਮਝੇ ਐ, ਬਦੀ ਪੁੱਤਰ ਸੋ ਪਾਵਨ ਪ੍ਰੀਤੀ, ਬੜੀ ਪਵਿੱਤਰ ਪ੍ਰੀਤੀ ਪ੍ਰੇਮ ਸ੍ਰੀ ਗੁਰੂ ਜੀ ਦੇ ਨਾਲ ਵਧਿਆ ਏ। ਬਹੁਰ ਨ ਬਨ ਮਹਿ ਪਠਵਨ ਕੀਨਾ, ਬੌਰੋ ਮਹਾਰਾਜ ਦੇ ਪਿਤਾ ਜੀ ਨੇ ਜੰਗਲ ਵਿੱਚ ਨਹੀਂ ਭੇਜਣਾ ਕੀਤਾ। ਘਰ ਰੱਖ ਮਾਤ ਪਿਤਾ ਸੁਖ ਲੀਨਾ, ਘਰ ਦੇ ਵਿੱਚ ਹੀ ਰੱਖਣਾ ਕੀਤਾ। ਮਾਤਾ ਪਿਤਾ ਜੀ ਨੇ ਸੁਖ ਲੈਣਾ ਕੀਤਾ। ਦੋਹਰਾ ਸੁਖ ਸਾਗਰ ਨਾਗਰ ਗੁਰੂ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਜੋ ਸੁੱਖਾਂ ਦੇ ਸਾਗਰ ਹਨ, ਗਰੀਬ ਨਵਾਜ ਤੇ ਨਾਗਰ ਚਤੁਰ ਅੰਤਰਜਾਮੀ ਹਨ। ਜਗਤ ਉਜਾਗਰ ਰੂਪ, ਜਗਤ ਦੇ ਅੰਦਰ ਪ੍ਰਗਟ ਹੈ ਜਿਨ੍ਹਾਂ ਦਾ ਸਰੂਪ। ਕਰਨੇ ਭਗਤ ਪ੍ਰਕਾਸ਼ ਕੋ, ਤੇ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ। ਰਿਤਤ ਦੇਹ ਅਨੂਪ, ਉਪਮਾ ਤੋਂ ਰਹਿਤ ਸਤਿਗੁਰਾਂ ਜੀ ਦੀ ਪਾਵਨ ਦੇਹੀ ਜਿਹੜੀ ਹੈ ਨਾ, ਉਹ ਵੱਧ ਰਹੀ ਹੈ। ਭਾਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਿਨ ਪ੍ਰਤੀ ਪ੍ਰਫੁੱਲਤ ਹੋ ਰਹੇ ਹੈ। ਸ਼੍ਰੀ ਗੁਰੂ ਜੀ ਭਗਤੀ ਦਾ ਪ੍ਰਕਾਸ਼ ਕਰਨ ਲਈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਹਜੂਰ ਨੇ ਅਵਤਾਰ ਧਾਰਿਆ ਏ। ਦੋਹਰਾ ਸ੍ਰੀ ਚੰਡੀ ਖੰਡਨ ਦੁਸ਼ਟ, ਅਗਲੇ ਹੁਣ ਇਹ 12ਵਾਂ ਅਧਿਆਇ ਜਿਹੜਾ ਪਿਛਲਾ ਅਧਿਆਇ 11ਵਾਂ ਇੱਥੇ ਸੰਪੂਰਨ ਹੋਇਆ ਤੇ 12ਵਾਂ ਅਧਿਆਇ ਕਵਿਰਾਜ ਜੀ ਆਰੰਭ ਕਰਦੇ ਹਨ। ਸ੍ਰੀ ਚੰਡੀ ਖੰਡਨ ਦੁਸ਼ਟ, ਮੰਗਲਾਚਰਨ ਕਰਦੇ ਆ। ਕਹਿੰਦੇ ਸ਼੍ਰੀ ਚੰਡੀ ਜੋ ਸ੍ਰੀ ਸਾਹਿਬ ਹੈ, ਦੁਸ਼ਟਾਂ ਨੂੰ ਖੰਡ ਦੇਣ ਵਾਲੀ ਹੈ। ਜਿਹੜੇ ਦੁਸ਼ਟ ਹਨ ਨਾ, ਦੁਸ਼ਟ ਬਿਰਤੀ ਨੂੰ ਧਾਰਨ ਕਰਨ ਵਾਲੇ, ਮਨ ਦੇ ਅੰਦਰ ਜਿਹੜੀ ਆਸੁਰੀ ਸੰਪਦਾ ਹੈ ਉਹਨੂੰ ਵੀ ਨਾਸ਼ ਕਰਨ ਵਾਲੀ ਹੈ ਸ੍ਰੀ ਚੰਡੀ। ਇਹ ਸ਼ਕਤੀ ਹੈ ਨਿਰੰਕਾਰ ਦੀ। ਤੇ ਇਸ ਪ੍ਰਕਾਰ ਕਵਿਰਾਜ ਕਹਿੰਦੇ ਇਹ ਸ਼੍ਰੀ ਸ਼੍ਰੋਮਣੀ ਹੈ ਤੇ ਦੁਸ਼ਟਾਂ ਨੂੰ ਨਾਸ਼ ਕਰਨ ਵਾਲੀ ਹੈ, ਦੁਸ਼ਟ ਬਿਰਤੀ ਨੂੰ ਨਾਸ਼ ਕਰਨ ਵਾਲੀ ਹੈ। ਭੁਜ ਦੰਡਨ ਬਰਬੰਡ, ਐਸੇ ਇਹਦੇ ਜਿਹੜੇ ਭੁਜਦੰਡ ਬਾਹਾਂ ਹਨ ਉਹ ਬਲ ਵਾਲੀਆਂ ਨੇ, ਬੜੇ ਪ੍ਰਤਾਪ ਵਾਲੀ ਹੈ ਇਹ ਚੰਡੀ। ਇਸੇ ਕਰਕੇ ਮਹਾਰਾਜ ਜੀ ਨੇ ਵੀ ਇਹ ਕਿਹਾ ਕਿ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ, ਕਰੋੜਾਂ ਹੀ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ, ਬੜੇ ਬਲ ਵਾਲੀ ਹੈ ਇਹ ਜਿਹੜੀ ਚੰਡੀ ਹੈ। ਜਗ ਮੰਡਨ ਪਦ ਬੰਦਨਾ, ਕਹਿੰਦੇ ਨੇ ਇਹ ਜਗਤ ਨੂੰ ਜਿਹੜੀ ਹੈ ਮੰਡਨ ਵਾਲੀ, ਭੂਸ਼ਤ ਕਰਨ ਵਾਲੀ ਹੈ, ਜਗਤ ਨੂੰ ਰਚਣ ਵਾਲੀ ਇਹ ਸ਼ਕਤੀ ਹੈ ਨਿਰੰਕਾਰ ਦੀ।
ਤੇ ਐਸੀ ਚੰਡੀ ਦੇ ਚਰਨਾਂ ਤੇ ਮੇਰੀ ਬੰਦਨਾ ਹੈ, ਨਮਸਕਾਰ ਹੈ। ਜਾਂ ਕੋ ਤੇਜ ਪ੍ਰਚੰਡ, ਜਿਹੜਾ ਬਹੁਤ ਤਿੱਖਾ ਤੇਜ ਪ੍ਰਚੰਡ ਇੰਨਾ ਪ੍ਰਤਾਪ ਵਾਲਾ ਹੈ, ਤੇਜ ਪ੍ਰਤਾਪ ਕੇ ਝੱਲਿਆ ਨਹੀਂ ਜਾਂਦਾ ਹੈ, ਐਡਾ ਵੱਡਾ ਤੇਜ ਪ੍ਰਤਾਪ ਹੈ। ਸ੍ਰੀ ਬਾਲਾ ਸੰਦੁਰ ਵਾਚ, ਸ਼੍ਰੀ ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਚੌਪਈ ਕਹਿ ਬਾਲਾ ਸ੍ਰੀ ਅੰਗਦ ਗੁਰ ਜੀ। ਕਹਿੰਦੇ ਆ ਭਾਈ ਬਾਲਾ ਜੀ, ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਸੁਨੋ ਕਥਾ ਨਾਸ਼ਕ ਤ੍ਰੈ ਜੁਰ ਕੀ। ਮਹਾਰਾਜ ਸੁਣੋ ਇਹ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਕਥਾ, ਜੋ ਤਿੰਨਾਂ ਹੀ ਤਾਪਾਂ ਨੂੰ ਨਾਸ਼ ਕਰਨ ਵਾਲੀ ਹੈ, ਆਦਿ ਵਿਆਧੀ ਉਪਾਧੀ, ਇਹ ਤਿੰਨੇ ਤਾਪਾਂ ਨੂੰ ਨਾਸ਼ ਕਰਨ ਵਾਲੀ ਹੈ। ਸ੍ਰੀ ਗੁਰੂ ਜੀ ਦੇ ਜੀਵਨ ਦੀ ਕਥਾ। ਬਹੁਰੋ ਰਿਤ ਪਾਵਸ ਸ਼ੁਭ ਆਈ, ਮੌਰੋ ਫਿਰ ਜਦੋਂ ਗਰਮੀ ਦੀ ਰੁੱਤ ਬਤੀਤ ਹੋਈ ਤੇ ਸ਼ੁਭ ਜਿਹੜੀ ਪਾਵਸ ਜਿਹੜੀ ਹੈ ਇਸ ਪ੍ਰਕਾਰ ਬਰਖਾ ਦੀ ਰੁੱਤ ਉਹ ਆ ਗਈ ਹੈ। ਗਗਨ ਬੀਚ ਬਾਦਰ ਦ੍ਰਿਸ਼ਟਾਈ, ਇਹ ਆਕਾਸ਼ ਦੇ ਵਿੱਚ ਤੇ ਸਮੇਂ ਬੱਦਲ ਜਿਹੜੇ ਐ ਉਹ ਦਿਸਣ ਲੱਗ ਪਏ। ਭਾਗ ਜਗੇ ਪੂਰਬ ਜਗਿਆਸੀ, ਫਿਰ ਪਰਮਾਰਥ ਟਿਕਾਉਂਦੇ ਆ ਨਾਲ, ਕਹਿੰਦੇ ਜਿਵੇਂ ਬਰਖਾ ਦੀ ਰੁੱਤ ਵਿੱਚ ਬੱਦਲ ਚੜ ਚੜ ਕੇ ਆਉਂਦੇ ਐ, ਜਦੋਂ ਭਾਗ ਜਾਗਦੇ ਕਹਿੰਦੇ ਜਿਵੇਂ ਜਗਿਆਸੂ ਦੇ। ਜਿਉ ਤਨ ਧਾਰਤ ਸੰਤ ਸੁਖ ਰਾਸੀ, ਫਿਰ ਪਿਛਲੀ ਪੰਕਤੀ ਪੜੋ। ਭਾਗ ਜਗੇ ਪੂਰਬ ਜਗਿਆਸੀ, ਕਹਿੰਦੇ ਜਦੋਂ ਪਿਛਲੇ ਭਾਗ ਜਾਗਦੇ ਜਿਵੇਂ ਜਗਿਆਸੂ ਦੇ, ਇਸ ਤਰ੍ਹਾਂ ਕਹਿੰਦੇ ਭਾਗ ਜਿਵੇਂ ਉਹਦੇ ਹੁੰਦੇ ਐਵੇਂ ਬੱਦਲ ਚੜ ਚੜ ਕੇ ਆਏ ਆਕਾਸ਼ ਦੇ ਅੰਦਰ। ਜਿਉ ਤਨ ਧਰਤ ਸੰਤ ਸੁਖ ਰਾਸੀ, ਫਿਰ ਦੂਸਰਾ ਕਹਿੰਦੇ ਜਿਵੇਂ ਸੁੱਖਾਂ ਦੀ ਰਾਸ਼ ਜਿਹੜੇ ਸੰਤ ਮਹਾਪੁਰਸ਼ ਹੁੰਦੇ ਐ ਉਹ ਵੀ ਬੱਦਲ ਵਰਗੇ ਹੀ ਹੁੰਦੇ, ਜਿਵੇਂ ਆਪਣੇ ਤਨ ਨੂੰ ਧਾਰਨ ਕਰਦੇ ਐ, ਪਰਉਪਕਾਰ ਕਰਨ ਵਾਸਤੇ ਇਸ ਸੰਸਾਰ ਵਿੱਚ ਆਉਂਦੇ ਐ, ਆਪਣੇ ਲਈ ਨਹੀਂ ਜਿਉਂਦੇ, ਉਹ ਸੰਸਾਰ ਦੇ ਅੰਦਰ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਐ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਬੱਦਲਾਂ ਦੀ ਤਰ੍ਹਾਂ ਆਉਂਦੇ ਆ ਸੰਤ ਮਹਾਪੁਰਸ਼, ਸੁੱਖਾਂ ਨੂੰ ਦੇਣ ਵਾਸਤੇ ਆਉਂਦੇ ਆ, ਵਾਹਿਗੁਰੂ ਦੀ ਭਗਤੀ ਨਾਲ ਜੋੜਨ ਲਈ ਆਉਂਦੇ, ਜਿਵੇਂ ਬੱਦਲ ਬਰਖਾ ਕਰਨ ਲਈ ਆਉਂਦੇ ਨੇ ਤੇ ਬਰਖਾ ਕਰਕੇ ਜੀਆਂ ਦੀ ਤਪਸ਼ ਮਿਟਾ ਕੇ ਧਰਤੀ ਨੂੰ ਠੰਡ ਪਹੁੰਚਾ ਕੇ ਫਿਰ ਆਪਣੇ ਦੇਸ਼ ਨੂੰ ਪਰਤ ਜਾਂਦੇ। ਇਵੇਂ ਹੀ ਵਾਹਿਗੁਰੂ ਦੇ ਪਿਆਰੇ ਸੰਤ ਮਹਾਪੁਰਸ਼, ਉਹਨਾਂ ਦਾ ਦੇਸ਼ ਸੱਚਖੰਡ ਹੁੰਦਾ ਹੈ, ਸੱਚਖੰਡ ਤੋਂ ਆਉਂਦੇ ਆ ਤੇ ਇੱਥੇ ਆਪਣੀ ਨਾਮ ਦੀ ਕਮਾਈ ਕਰਕੇ ਜੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਬਰਖਾ ਕਰਦੇ ਆ, ਬਾਣੀ ਦੀ ਬਰਖਾ ਕਰਦੇ ਐ, ਆਪਣੇ ਉਦੇਸ਼ ਨੂੰ ਪੂਰਾ ਕਰਕੇ ਫਿਰ ਆਪਣੇ ਦੇਸ਼ ਸੱਚਖੰਡ ਨੂੰ ਚਲੇ ਜਾਂਦੇ। ਉਹ ਜੰਮਣ ਮਰਨ ਚ ਨਹੀਂ ਹੁੰਦੇ। ਕਵਿਰਾਜ ਕਹਿੰਦੇ ਇਸ ਤਰ੍ਹਾਂ ਭਾਈ, ਜਿਵੇਂ ਸੰਤ ਮਹਾਪੁਰਸ਼ ਸੁੱਖਾਂ ਦੀ ਰਾਸ ਹੁੰਦੇ, ਆਪਣੇ ਸਰੀਰ ਨੂੰ ਜਿਹੜਾ ਉਹ ਧਾਰਨ ਕਰਦੇ ਆ। ਚੜੀ ਘਟਾ ਕਾਲੀ ਜਿਵ ਕਾਲੀ, ਕਹਿੰਦੇ ਘਟਾਵਾਂ ਕਾਲੀਆਂ ਇਸ ਤਰ੍ਹਾਂ ਚੜੀਆਂ ਨੇ ਜਿਵੇਂ ਕਾਲਕਾ ਹੀ ਹੁੰਦੀ ਹੈ। ਹੁਣ ਇਹ ਕਾਲੀ ਦੇਵੀ ਤੇ ਉੱਤੇ ਟਿਕਾਉਂਦੇ ਹਨ ਸਾਰੀ ਬਰਖਾ ਰੁੱਤ ਦਾ ਜਿੰਨਾ ਵੀ ਜੋ ਬਾਹਰੋਂ ਪ੍ਰਕਰਨ ਜਿਹੜਾ ਦਿਸਦਾ ਹੈ ਨਾ ਜੋ ਕੁਝ, ਉਹ ਕਾਲਕਾ ਦੇ ਸਰੂਪ ਨੂੰ ਟਿਕਾਉਂਦੇ ਹਨ। ਕਵੀਰਾਜ ਦੱਸਦੇ ਕਹਿੰਦੇ ਕਾਲੀਆਂ ਘਟਾਵਾਂ ਇੰਨੀਆਂ ਸੰਘਣੀਆਂ ਚੜੀਆਂ ਹਨ ਕਿ ਜਿਵੇਂ ਕਹਿੰਦੇ ਕਾਲਕਾ ਦਾ ਸਰੂਪ ਹੀ ਬਣ ਰਿਹਾ ਏ। ਬਰਨੋ ਬਜਰ ਬਜਾਵਤ ਤਾਲੀ, ਜਿਹੜਾ ਇਸ ਪ੍ਰਕਾਰ ਬਿਜਲੀ ਪੈਂਦੀ ਹੈ ਨਾ, ਉਹ ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਤਾਲੀ ਵਜਾਉਂਦੀ ਹੈ, ਤਾੜੀ ਵਜਾਉਂਦੀ ਹੈ ਕਾਲਕਾ। ਸਾਸਨ ਪਾਕ ਸਰਾਸਨ ਜੋ, ਜਿਹੜਾ ਇਸ ਪ੍ਰਕਾਰ ਇੰਦਰ ਧਨੁਸ਼ ਨਹੀਂ ਪੈਂਦਾ ਹੈ, ਜਿਹੜਾ ਜਦੋਂ ਬਰਖਾ ਦੀ ਰੁੱਤ ਹੁੰਦੀ ਹੈ ਤੇ ਸਤਰੰਗੀ ਪੀਂਗ ਵੀ ਜਿਹਨੂੰ ਕਹਿ ਦਿੰਦੇ ਆ, ਉਹਨੂੰ ਇੰਦਰ ਧਨੁਸ਼ ਕਿਹਾ ਜਾਂਦਾ ਹੈ। ਕਹਿੰਦੇ ਉਹ ਤਾਂ ਫੜਿਆ ਹੋਇਆ ਧਨੁਸ਼ ਹੈ ਇਸ ਦਾ। ਬਾਂਕੀ ਪ੍ਰਿਕੁਟੀ ਲਖੀਅਤ ਸੋ, ਵਾਹਿਗੁਰੂ ਕਹਿੰਦੇ ਆ ਜਿਹੜਾ ਇੰਦਰ ਦਾ ਧਨੁਸ਼ ਹੈ ਨਾ, ਉਹ ਕਿਹੋ ਜਿਹਾ ਲੱਗਦਾ ਹੈ, ਕਹਿੰਦੇ ਜਿਵੇਂ ਟੇਢੇ ਭਰਵੱਟੇ ਹੁੰਦੇ ਆ ਕਾਲਕਾ ਦੇ। ਕਹਿੰਦੇ ਇਸ ਤਰ੍ਹਾਂ ਉਹ ਜਿਹੜਾ ਇੰਦਰ ਧਨੁਸ਼ ਹੈ ਨਾ, ਉਹ ਟੇਢੇ ਭਰਵੱਟਿਆਂ ਦੀ ਤਰ੍ਹਾਂ ਦਿਸਦਾ ਹੈ ਕਿ ਜਿਵੇਂ ਕਾਲਕਾ ਦੇ ਇਹ ਟੇਢੇ ਭਰਵੱਟੇ ਹੁੰਦੇ ਆ, ਗੁੱਸੇ ਨਾਲ ਜਿਵੇਂ ਚੜ ਜਾਂਦੇ ਆ। ਅਤ ਕਰਕਨ ਜਿਹ ਕੀ ਕਲਕਾਰੀ, ਤੇ ਜਿਹੜੀ ਬੜੇ ਕੜਕਦੇ ਹਨ ਜਦੋਂ ਬੱਦਲ, ਇਹ ਕਹਿੰਦੇ ਕਾਲੀ ਜਿਵੇਂ ਕਿਲਕਾਰੀ ਮਾਰਦੀ ਹੈ, ਇਸ ਤਰ੍ਹਾਂ ਬੱਦਲ ਕੜਕਦੇ ਆ। ਡਰਤ ਅਸੁਰ ਸੇ ਮੇਚਕ ਬਿਆਰੀ, ਤੇ ਉਸ ਕਿਲਕਾਰੀ ਦੇ ਨਾਲ ਜਿਵੇਂ ਦੈਂਤ ਡਰਦੇ ਆ ਨਾ,
ਇਸ ਤਰ੍ਹਾਂ ਕਹਿੰਦੇ ਕਾਲੇ ਸੱਪਾਂ ਰੂਪੀ ਦੈਂਤ ਡਰ ਕੇ ਅੰਦਰ ਵੜ ਜਾਂਦੇ ਆ ਜਦੋਂ ਬੱਦਲ ਕੜਕਦੇ ਹਨ। ਹੋਤ ਘੋਖ ਜਿਹੇ ਗਰਜ ਸੁਹਾਵਤ। ਤੇ ਜਿਹੜੀ ਗਰਜਣਾ ਦੀ ਧੁਨ ਹੁੰਦੀ ਹੈ ਉਹ ਬੜੀ ਭਾਰੀ ਸ਼ੋਭਦੀ ਹੈ। ਅਮਰ ਮਯੂਰ ਹਰਖ ਉਪਜਾਵਤ। ਤੇ ਮੋਰ ਜਿਵੇਂ ਬੜਾ ਖੁਸ਼ ਹੁੰਦੇ ਆ, ਕਹਿੰਦੇ ਦੇਵਤਿਆਂ ਰੂਪੀ ਮੋਰ ਬੜੇ ਖੁਸ਼ ਹੁੰਦੇ ਆ। ਦੇਵੀ ਦੀ ਗਰਜਣਾ ਕਰਕੇ ਜਿਵੇਂ ਦੇਵਤੇ ਖੁਸ਼ ਹੁੰਦੇ, ਕਿਵੇਂ ਐਵੇਂ ਬੱਦਲਾਂ ਦੇ ਗਰਜਣ ਦੀ ਧੁਨ ਦੇ ਨਾਲ ਜਿਹੜੇ ਆ ਮੋਰ ਬੜੇ ਖੁਸ਼ ਹੁੰਦੇ ਆ। ਚੰਚਲ ਸੋ ਚੰਚਲ ਜੋ ਚੰਚਲਾ ਚਮਕਾਵਤ। ਤੇ ਜਿਹੜੀ ਬੜੀ ਚੰਚਲ ਇਸ ਪ੍ਰਕਾਰ ਛੇਤੀ ਦੇ ਨਾਲ ਬਿਜਲੀ ਚਮਕਦੀ ਹੈ ਆਕਾਸ਼ ਦੇ ਅੰਦਰ। ਪਾਨ ਕਿਰਪਾਨੇ ਲਏ ਨਚਾਵਤ। ਉਹ ਇਉਂ ਪ੍ਰਤੀਤ ਹੁੰਦਾ ਜਿਵੇਂ ਆਪਣੇ ਹੱਥਾਂ ਵਿੱਚ ਲੈ ਕਰਕੇ ਕਾਲਕਾ ਜਿਹੜੀ ਕਿਰਪਾਨ ਨੂੰ ਨਚਾ ਰਹੀ ਹੋਵੇ, ਘੁਮਾ ਰਹੀ ਹੋਵੇ, ਜਿਵੇਂ ਕਿਤੇ ਬਿਜਲੀ ਇੱਧਰ ਲਿਸ਼ਕਦੀ ਕਦੇ ਉੱਧਰ ਲਿਸ਼ਕਦੀ ਹੈ। ਇਉਂ ਲੱਗਦਾ ਕਹਿੰਦੇ ਜਿਵੇਂ ਕਾਲਕਾ ਆਪਣੇ ਹੱਥਾਂ ਵਿੱਚ ਲੈ ਕੇ ਕਿਰਪਾਨ ਨੂੰ ਘਮਾਉਂਦੀ ਹੋਵੇ। ਦੰਤ ਪੰਕਤੀ ਸ਼ੁਭਤ ਬਲਾਕਾ। ਜਿਹੜੇ ਬਗਲਿਆਂ ਦੀ ਡਾਰ ਉੱਡਦੀ ਹੋਈ ਜਾਂਦੀ ਦਿਸਦੀ ਹੈ, ਚਿੱਟੇ ਚਿੱਟੇ ਬਗਲੇ ਦਿਸਦੇ ਐ। ਕਵੀਰਾਜ ਕਹਿੰਦੇ ਉਹ ਲੱਗਦਾ ਜਿਵੇਂ ਕਾਲਕਾ ਦੇ ਇਹ ਦੰਦ ਪ੍ਰਤੀਤ ਹੁੰਦੇ ਆ। ਸ਼ਿਆਮ ਸਰੂਪ ਬਨਿਓ ਅਸਤਾਂ ਕਾ। ਇਹੋ ਜਿਹਾ ਕਾਲਾ ਸ਼ਿਆਮ ਕਾਲੇ ਰੰਗ ਦਾ ਸਰੂਪ ਜਿਹੜਾ ਉਹ ਸਾਰੀ ਪ੍ਰਕਿਰਤੀ ਦੇ ਉੱਤੇ ਆਕਾਸ਼ ਦਾ ਬਣਿਆ ਹੋਇਆ ਏ। ਮਿਲ ਦਾਦੁਰ ਬਹੁ ਸ਼ਬਦ ਪੁਕਾਰਾ। ਜਿਹੜੇ ਦਾਦਰ ਡੱਡੂ ਹਨ ਉਹ ਗੜੈਂ ਗੜੈਂ ਬੜੇ ਮਿਲ ਮਿਲ ਕੇ ਉੱਚੀ ਉੱਚੀ ਆਵਾਜ਼ ਕੱਢਦੇ ਆ। ਮਨਹੁ ਪੜਤ ਬਾਲਕ ਚਟ ਸਾਰਾ। ਇਉਂ ਲੱਗਦਾ ਜਿਵੇਂ ਪਾਠਸ਼ਾਲਾ ਦੇ ਅੰਦਰ ਉੱਚੀ ਉੱਚੀ ਬਾਲਕ ਪਹਾੜੇ ਹੀ ਪੜ ਰਹੇ ਆ, ਜਿਵੇਂ ਬੜੇ ਇੱਕ ਦੂਜੇ ਨਾਲ ਗਿਣ ਗਿਣ ਕੇ ਤੇ ਬੋਲਦੇ ਆ ਉੱਚੀ ਉੱਚੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਏ। ਜਰ ਤੇ ਜਰਗਿਓ ਜੂਹ ਜਵਾਸਾ। ਜਿਹੜਾ ਸਾਰਾ ਹੀ ਜਵਾਸਾ ਹੈ ਨਾ, ਇੱਕ ਤਰ੍ਹਾਂ ਦਾ ਘਾਹ ਹੁੰਦਾ ਹੈ। ਤੇ ਇਹ ਵਰਖਾ ਪੈਣ ਨਾਲ ਜਿਹੜੀ ਬਾਕੀ ਪ੍ਰਕਿਰਤੀ ਤਾਂ ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ, ਇਹ ਜਮਾਂ ਹੀ ਜੜ ਤੋਂ ਹੀ ਸੜ ਜਾਂਦਾ ਹੈ। ਕਹਿੰਦੇ ਜਿਵੇਂ ਜੜ ਤੋਂ ਹੀ ਸਾਰਾ ਜਵਾਸਾ ਘਾਹ ਜਿਹੜਾ ਉਹ ਸੜ ਗਿਆ ਏ। ਜਿਉ ਹਰ ਭਜਨ ਹੋਤ ਅਗਨਾਸ਼ਾ। ਕਹਿੰਦੇ ਕਿਸ ਤਰ੍ਹਾਂ ਮੀਂਹ ਪੈਣ ਨਾਲ ਜਵਾਸਾ ਸੜ ਗਿਆ, ਜਿਵੇਂ ਹਰੀ ਦੇ ਭਜਨ ਕਰਨ ਦੇ ਨਾਲ ਸਾਰੇ ਪਾਪ ਹੀ ਸੜ ਕੇ ਸੁਆਹ ਹੋ ਜਾਂਦੇ। ਕਿਆ ਸੋਹਣਾ ਪਰਮਾਰਥ ਕਵੀਰਾਜ ਦੱਸਦੇ ਪੈਦਾ ਵਰਖਾ ਦੀ ਰੁੱਤ ਦਾ, ਕਾਲਕਾ ਦਾ ਸਰੂਪ ਦਾ ਸਾਰਾ ਨਿਰੂਪਣ ਕੀਤਾ। ਤੇ ਹੁਣ ਦੱਸਦੇ ਵਰਖਾ ਪੈਣ ਨਾਲ ਜਿਵੇਂ ਜਵਾਹਾਂ ਸੜ ਜਾਂਦਾ ਹੈ ਨਾ, ਤੇ ਮੁੱਢੋਂ ਹੀ ਰੱਖ ਕੇ ਸੜ ਜਾਂਦਾ ਹੈ, ਕਿਵੇਂ ਐਵੇਂ ਸਾਰੇ ਪਾਪਾਂ ਰੂਪੀ ਜਿਹੜੇ ਜਵਾਹੇ ਹਨ ਵਾਹਿਗੁਰੂ ਦੀ ਭਗਤੀ ਰੂਪੀ ਨਾਮ ਰੂਪੀ ਵਰਖਾ ਦੇ ਨਾਲ ਸਾਰੇ ਪਾਪਾਂ ਰੂਪੀ ਜਵਾਹੇ ਮੁੱਢੋਂ ਹੀ ਸੜ ਕੇ ਨਾਸ ਹੋ ਜਾਂਦੇ ਆ। ਮਿਲ ਸਰਤਾ ਸੋ ਜੇ ਲਗ ਨਾਲਾ। ਜਿਹੜੇ ਲਗ ਛੋਟੇ ਨਾਲੇ ਆ ਉਹ ਜਿਹੜੇ ਹਨ ਨਦੀਆਂ ਦਰਿਆਵਾਂ ਦੇ ਨਾਲ ਮਿਲ ਜਾਂਦੇ ਆ। ਸਿੰਧ ਸਰੂਪ ਭਏ ਤਿਹ ਕਾਲਾ। ਤੇ ਉਹ ਸਮੁੰਦਰ ਦੇ ਵਿੱਚ ਫਿਰ ਦਰਿਆ ਜਾ ਕੇ ਪੈ ਜਾਂਦੇ ਆ, ਤੇ ਉਹ ਤੇ ਸਮੇਂ ਫਿਰ ਸਮੁੰਦਰ ਦਾ ਹੀ ਰੂਪ ਬਣ ਜਾਂਦੇ ਆ। ਬ੍ਰਹਮ ਗਿਆਨ ਭੇ ਜੈਸ ਮੁਮੋਖੂ। ਕਹਿੰਦੇ ਜਿਸ ਤਰ੍ਹਾਂ ਮੁਕਤੀ ਦੀ ਇੱਛਾ ਵਾਲਾ ਜਿਹੜਾ ਜਗਿਆਸੂ ਹੁੰਦਾ ਹੈ, ਉਹ ਤਾਂ ਜਿਹੜਾ ਹੈ ਮਿਹਨਤ ਕਰਦਾ ਹੈ ਨਾ, ਛੋਟਿਆਂ ਨਾਲਿਆਂ ਦੀ ਤਰ੍ਹਾਂ ਪਹਿਲਾਂ ਕੋਈ ਗਿਆਨ ਨਹੀਂ ਹੁੰਦਾ, ਕੋਈ ਸੋਝੀ ਨਹੀਂ ਹੁੰਦੀ, ਪਰ ਭਜਨ ਵਿੱਚ ਚਿੱਤ ਜੋੜ ਕੇ ਭਜਨ ਕਰਦੇ ਆ। ਫਿਰ ਕੀ ਹੁੰਦਾ, ਜਗਿਆਸਾ ਬਾਹਲੀ ਜਾਗਦੀ ਦਰਿਆ ਦਾ ਰੂਪ ਧਾਰਨ ਕਰ ਜਾਂਦੇ ਆ। ਬਹੁਤ ਪ੍ਰੀਤ ਦਾ ਵੇਗ ਅੰਦਰ ਚੱਲਦਾ ਹੈ। ਤੇ ਫਿਰ ਜਦੋਂ ਸਮੁੰਦਰ 'ਚ ਮਿਲਣਾ ਕੀ, ਬ੍ਰਹਮ ਦੇ ਵਿੱਚ ਅਭੇਦ ਹੋਣ ਦੀ ਦਾਤ ਮਿਲ ਜਾਂਦੀ ਹੈ, ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਏ। ਬ੍ਰਹਮ ਰੂਪ ਹੋਵਤ ਬਿਨ ਦੋਖੂ। ਤੇ ਬਿਨਾਂ ਦੋਸ਼ਾਂ ਤੋਂ ਹੋ ਜਾਂਦੇ, ਫਿਰ ਜਿੱਥੇ ਜਾ ਕੇ ਦੋਸ਼ ਨਹੀਂ ਜਾ ਕੇ ਪਾਉਂਦੇ, ਬ੍ਰਹਮ ਗਿਆਨ ਨੂੰ ਪਾ ਕਰਕੇ ਨਿਹਾਲ ਹੋ ਜਾਂਦੇ ਐ। ਇਸ ਤਰ੍ਹਾਂ ਕਹਿੰਦੇ ਜਿਵੇਂ ਨਦੀਆਂ ਨੇ ਛੋਟੇ ਨਾਲੇ ਨਦੀਆਂ ਦਾ ਰੂਪ ਧਾਰਨ ਕਰਦੇ, ਨਦੀਆਂ ਸਮੁੰਦਰ 'ਚ ਜਾ ਕੇ ਮਿਲ ਜਾਂਦੀਆਂ ਹਨ ਵਰਖਾ ਦੀ ਰੁੱਤ ਦੇ ਅੰਦਰ। ਜਿਨ੍ਹਾਂ ਦੇ ਅੰਦਰ ਗੁਰੂ ਜੀ ਦੇ ਉਪਦੇਸ਼ ਦੀ ਵਰਖਾ ਹੁੰਦੀ ਹੈ, ਉਹ ਜਿਹੜੇ ਹਨ ਸਾਧਨਾ ਕਰਨ ਵਾਲੇ ਛੋਟੇ ਨਾਲਿਆਂ ਦੀ ਤਰ੍ਹਾਂ, ਉਹਨਾਂ ਦੇ ਅੰਦਰ ਪ੍ਰੀਤ ਦੀ ਜਗਿਆਸਾ ਵੱਧ ਜਾਂਦੀ ਹੈ। ਮਹਾਰਾਜ ਦੇ ਪ੍ਰੇਮ ਦੇ ਵੇਗ ਨਾਲ ਦਰਿਆ ਦਾ ਰੂਪ ਧਾਰਨ ਕਰਦੇ ਹੈ, ਤੇ ਦਰਿਆ ਫਿਰ ਸਮੁੰਦਰ ਰੂਪ ਹੋ ਜਾਂਦੇ ਹੈ। ਇਸੇ ਤਰ੍ਹਾਂ ਹੀ ਉਹ ਬ੍ਰਹਮ ਗਿਆਨ ਨੂੰ ਪਾ ਕਰਕੇ ਨਿਹਾਲ ਹੁੰਦੇ ਆ, ਬ੍ਰਹਮ ਵਿੱਚ ਹੀ ਅਭੇਦ ਹੋ ਜਾਂਦੇ ਆ। ਤਜ ਮਰਿਆਦ ਉਛਰੇ ਲਗ ਤਾਲਾ। ਜਿਹੜੇ ਛੋਟੇ ਤਲਾਬ ਹੁੰਦੇ ਹਨ ਉਹ ਛੱਡ ਕੇ ਮਰਿਆਦਾ ਆਪਣੇ ਕੰਢਿਆਂ ਦੀ ਫਿਰ ਉਛਲ ਪੈਂਦੇ ਆ। ਜਿਉ ਸ੍ਰੀ ਮਤ ਤੇ ਨੀਚ ਕੁਚਾਲਾ। ਇੱਥੇ ਹੁਣ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਸ਼੍ਰੀ ਜਿਹੜੀ ਮਾਇਆ ਹੈ ਉਹਦੇ ਮਦ ਨਸ਼ੇ ਦੇ ਨਾਲ, ਜਿਵੇਂ ਨੀਚ ਖੋਟੀ ਚਾਲ ਚੱਲਣ ਵਾਲਾ ਜਿਹੜਾ ਹੈ ਮਾਇਆ ਦਾ, ਉਹਦੇ ਕੋਲੋਂ ਨਸ਼ਾ ਥੰਮਿਆ ਨਹੀਂ ਜਾਂਦਾ, ਉਹ ਵੀ ਉਛਲ ਪੈਂਦਾ, ਅਸੀਂ ਨਹੀਂ ਛੱਡਣਾ, ਮਾਰ ਦਿਆਂਗੇ, ਐਂ ਕਰ ਦਿਆਂਗੇ।
ਹੰਕਾਰ ਨਾਲ ਹੀ ਉਛਲ ਪੈਂਦਾ ਹੈ ਤੇ ਆਪਣੇ ਸਰੀਰ ਰੂਪੀ ਕੰਡਿਆਂ ਨੂੰ ਪਾਰ ਕਰਕੇ ਹੰਕਾਰ ਬਾਹਰ ਆ ਜਾਂਦਾ ਹੈ। ਆਪਣੀ ਸਮਰੱਥਾ ਵੀ ਨਹੀਂ ਵੇਖਦੇ, ਸਮਰੱਥਾ ਤੋਂ ਵੱਡੀ ਫੜ ਮਾਰ ਦਿੰਦੇ। ਇਸ ਤਰ੍ਹਾਂ ਕਵੀਰਾਜ ਕਹਿੰਦੇ ਜਿਵੇਂ ਬਰਖਾ ਪੈਣ ਨਾਲ ਛੋਟੇ ਤਲਾਬਾਂ ਦਾ ਜਲ ਉਛਲ ਪੈਂਦਾ ਨਾ ਕੰਡਿਆਂ ਦੀ ਮਰਿਆਦਾ ਨੂੰ ਛੱਡ ਕੇ, ਇਸ ਤਰ੍ਹਾਂ ਕਹਿੰਦੇ ਉਛਲਿਆ ਜਿਵੇਂ ਜਿਹੜਾ ਖੋਟਾ ਹੁੰਦਾ ਨੀਚ ਪੁਰਖ ਮਾਇਆ ਦੇ ਮਦ ਨਸ਼ੇ ਨੂੰ ਪਾ ਕੇ ਬਾਹਲਾ ਉਛਲ ਪੈਂਦਾ ਏ। ਉਡਤ ਧੂਰ ਜੋ ਸਗਲ ਬਿਲਾਨੀ, ਤੇ ਜਿਹੜੀ ਉਹ ਧੂੜ ਉੱਡ ਰਹੀ ਸੀ ਗਰਮੀ ਦੀ ਰੁੱਤ ਕਰਕੇ ਉਹ ਸਾਰੀ ਨਾਸ਼ ਹੋ ਗਈ। ਬਰਖਾ ਦੇ ਪੈਣ ਨਾਲ ਐਨ ਸਾਫ਼ ਸੁਥਰਾ ਹੋ ਗਿਆ ਚਾਰ ਚਫੇਰਾ। ਜੋ ਸਤਿਗੁਰ ਮਿਲ ਕੁਮਤ ਨਿਸ਼ਾਨੀ, ਕਹਿੰਦੇ ਐ ਧੂੜ ਨਾਸ਼ ਹੋ ਗਈ ਜਿਵੇਂ ਸਤਿਗੁਰੂ ਜੀ ਨੂੰ ਮਿਲ ਕਰਕੇ ਖੋਟੀ ਮਤ ਨਾਸ਼ ਹੋ ਜਾਂਦੀ। ਸਤਿਗੁਰਾਂ ਜੀ ਦੇ ਚਰਨਾਂ ਨਾਲ ਜੁੜਨੇ ਕਰਕੇ ਜਿਵੇਂ ਅੰਦਰੋਂ ਖੋਟੀ ਮਤ ਵਿਨਾਸ਼ ਹੋ ਜਾਂਦੀ ਹੈ, ਐਵੇਂ ਬਰਖਾ ਦੇ ਪੈਣ ਦੇ ਨਾਲ ਕਹਿੰਦੇ ਧੂੜ ਸਾਰੀ ਮਿੱਟੀ ਨਾਸ਼ ਹੋ ਗਈ ਹੈ। ਪੰਥੀ ਚਲਤ ਧਾਮ ਬਿਸਰਾਮੇ, ਜਿਹੜੇ ਰਾਹ ਤੇ ਚੱਲਦੇ ਸੀ ਰਾਹਗੀਰ ਉਹ ਘਰਾਂ ਵਿੱਚ ਵਿਸ਼ਰਾਮ ਕਰਨ ਲੱਗ ਗਏ, ਰੁਕ ਗਏ, ਕਿਉਂਕਿ ਰਾਹਾਂ ਤੇ ਚੱਲਿਆ ਨਹੀਂ ਨਾ ਜਾਂਦਾ। ਪਹਿਲਿਆਂ ਸਮਿਆਂ 'ਚ ਇਸ ਤਰ੍ਹਾਂ ਹੁੰਦਾ ਸੀ, ਬਰਖਾ ਦੀ ਰੁੱਤ ਵਿੱਚ ਸਫ਼ਰ ਨਹੀਂ ਕਰਦੇ। ਜੋ ਮਨ ਥਿਰ ਸਿਮਰਤ ਹਰ ਨਾਮੇ, ਕਹਿੰਦੇ ਇਸ ਤਰ੍ਹਾਂ ਘਰਾਂ 'ਚ ਟਿਕ ਗਏ ਜਿਵੇਂ ਵਾਹਿਗੁਰੂ ਦੇ ਨਾਮ ਨੂੰ ਸਿਮਰਨੇ ਕਰਕੇ ਮਨ ਜਿਹੜਾ ਹੈ ਉਹ ਨਿਜ ਘਰ ਵਿੱਚ ਆ ਜਾਂਦਾ ਹੈ, ਅਸਥਿਤੀ ਪਾ ਜਾਂਦਾ, ਟਿਕ ਜਾਂਦਾ ਹੈ ਨਾ ਮਨ ਸਿਮਰਨ ਦੇ ਕਰਨੇ ਕਰਕੇ। ਇਵੇਂ ਕਹਿੰਦੇ ਪੰਥੀ ਜਿਹੜੇ ਆ ਰਾਹਗੀਰ ਜਿਹੜੇ ਆਪਣੇ ਘਰਾਂ 'ਚ ਰੁਕ ਗਏ ਆ। ਜੋ ਲੀਲਾ ਕੀਨੀ ਰਿਤ ਬਰਖਾ, ਜਿਹੜੀ ਸਤਿਗੁਰੂ ਪਾਤਸ਼ਾਹ ਜੀ ਲੀਲਾ ਕੌਤਕ ਕੀਤੇ ਆ ਬਰਖਾ ਦੀ ਰੁੱਤ ਦੇ ਅੰਦਰ, ਤਿਉ ਮੈਂ ਕਹੂੰ ਸੁਨਹੁ ਸੋ ਹਰਖਾ। ਉਹ ਕਵੀਰਾਜ ਕਹਿੰਦੇ ਅਸੀਂ ਕਹਿੰਦੇ ਆ ਭਾਈ ਸੁਣੋ ਹਰਖ ਖੁਸ਼ੀ ਦੇ ਨਾਲ। ਏਕ ਦਿਵਸ ਕਾਲੂ ਲੈ ਅੰਕਾ, ਇੱਕ ਦਿਨ ਬਾਬਾ ਕਾਲੂ ਜੀ ਸੱਚੇ ਪਾਤਸ਼ਾਹ ਜੀ ਨੂੰ ਗੋਦ ਵਿੱਚ ਲੈ ਕਰਕੇ ਕਰ ਦੁਲਾਰ ਪਿਖ ਬਦਨ ਮਯੰਕਾ, ਬੜਾ ਲਾਡ ਕਰਦੇ ਐ ਤੇ ਮਹਾਰਾਜ ਜੀ ਦਾ ਚੰਦਰਮਾ ਵਰਗਾ ਮੁਖ ਵੇਖਦੇ ਹਨ। ਬਚਨ ਕਹਿਤ ਸੁਤ ਤੂੰ ਪਾਸਿਆਨਾ, ਤੇ ਆਪਣੇ ਮੁਖ ਤੋਂ ਬਚਨ ਕਹਿਣ ਲੱਗੇ, ਹੇ ਪੁੱਤਰ ਨਾਨਕ ਤੁਸੀਂ ਤਾਂ ਬਹੁਤ ਸਿਆਣੇ ਹੋ। ਅਬ ਨਾ ਕਰਤ ਗੋ ਸੰਗ ਬਨ ਜਾਣਾ, ਹੁਣ ਗਊਆਂ ਮੱਝਾਂ ਨਾਲ ਜਿਹੜਾ ਤੁਸੀਂ ਜੰਗਲ ਵਿੱਚ ਨਹੀਂ ਜਾਣਾ ਹੈ। ਉਬੈ ਬ੍ਰਿਖਬ ਨਿਜ ਔਛਕ ਮਾਹੀ, ਜਿਹੜਾ ਆਪਣਾ ਇਸ ਪ੍ਰਕਾਰ ਵਾਗਾ ਨਾ ਗਊਆਂ ਮੱਝਾਂ ਦਾ, ਉਹਦੇ ਵਿੱਚ ਦੋ ਬਲਦ ਹਨ। ਲੇਹੁ ਨਿਕਾਸ ਤਰਨ ਜੋ ਆਹੀ, ਜਿਹੜੇ ਚੰਗੇ ਸੋਹਣੇ ਆ ਨਾ ਜਵਾਨ, ਉਹਨਾਂ ਨੂੰ ਵੱਗ ਵਿੱਚੋਂ ਵੱਖਰਾ ਕੱਢ ਲੈਣਾ ਕਰੋ। ਲਾਂਗੁਲ ਸੰਗ ਬਹੁਰ ਕਰ ਕਾਮਾ, ਤੇ ਹਲ ਦੇ ਚਲਾਉਣ ਦਾ ਜਿਹੜਾ ਕਾਰਜ ਹੈ ਨਾ ਉਹ ਤੁਸੀਂ ਕਰੋ, ਨਾਲ ਇੱਕ ਕਾਮਾ ਲੈ ਲਵੋ, ਕੰਮ ਕਰਨ ਵਾਲਾ ਨੌਕਰ। ਬੀਜ ਸੋ ਲੈ ਹੋ ਸਵਾ ਮਨ ਧਾਮਾ, ਤੇ ਘਰ ਦੇ ਵਿੱਚੋਂ ਸਵਾ ਮਣ ਜਿਹੜਾ ਬੀਜ ਹੈ ਬੀਜਣ ਵਾਸਤੇ ਉਹ ਲੈ ਲੈਣਾ ਕਰੋ। ਜਾਏ ਰਾਹੀਏ ਖੇਤ ਨਿਰਾਲਾ, ਤੇ ਜਾ ਕੇ ਵੱਖਰਾ ਉੱਥੇ ਖੇਤ ਜਿਹੜਾ ਹੈ ਨਾ ਉਹ ਤੁਸੀਂ ਵਾਹੁਣਾ ਕਰੋ। ਕਰੋ ਨੀਰ ਸੋ ਤਿਹ ਪ੍ਰਤਪਾਲਾ, ਤੇ ਜਲ ਦੇ ਕਰਕੇ ਫਿਰ ਉਹਦੀ ਪ੍ਰਤਪਾਲਣਾ ਕਰੋ, ਭਾਵ ਉਹਦੀ ਸਾਂਭ ਸੰਭਾਲ ਕਰਨਾ ਕਰੋ। ਮ੍ਰਿਗ ਪਸ਼ੂਆਂ ਕੇ ਹੋਏ ਰਖਵਾਰੇ, ਤੇ ਹਿਰਨਾਂ ਤੋਂ ਪਸ਼ੂਆਂ ਤੋਂ ਉਹਦੀ ਫਿਰ ਰਾਖੀ ਕਰਨਾ ਕਰੋ, ਰਖਵਾਲੇ ਬਣ ਕਰਕੇ। ਵਿਖ ਪਕਾਏ ਕੀਜੈ ਖਲਵਾਰੇ, ਤੇ ਇਉਂ ਖੇਤੀ ਪਕਾ ਕਰਕੇ ਫਿਰ ਉਹਦਾ ਖਲਵਾੜਾ ਭਾਵ ਜਿਹੜਾ ਢੇਰ ਲਿਆ ਕਰਕੇ ਬੋਹਲ ਜਿਹੜਾ ਲਾਉਣਾ ਕਰੋ ਖਲਵਾੜੇ ਵਿੱਚ, ਭਾਵ ਜਿਵੇਂ ਖਲਵਾੜੇ ਪਾਏ ਹੁੰਦੇ ਹਨ ਤੇ ਇਸ ਪ੍ਰਕਾਰ ਫਿਰ ਉਹਨੂੰ ਗਾਹ ਕਰਕੇ ਜਿਵੇਂ ਦਾਣੇ ਕੱਢੇ ਜਾਂਦੇ। ਇਸ ਤਰ੍ਹਾਂ ਕਹਿੰਦੇ ਨੇ ਖੇਤੀ ਨੂੰ ਪਕਾ ਕਰਕੇ ਫਿਰ ਖਲਵਾੜੇ ਪਾਉਣਾ ਕਰੋ। ਜੇ ਅੰਨ ਆਨੋ ਬਹੁ ਇੱਕ ਬਾਰੀ, ਤੇ ਜੇ ਤੁਸੀਂ ਅਨਾਜ ਇੱਕ ਵਾਰ ਬਹੁਤਾ ਜਿਵੇਂ ਲਿਆਉਣਾ ਕਰੋਗੇ ਬਣਾ ਕਰਕੇ, ਰਖ ਦੇਵੋ ਕਾਮੇ ਦੋਇ ਚਾਰੀ, ਦੋ ਚਾਰ ਕਾਮੇ ਨੌਕਰ ਹੋਰ ਤੁਹਾਨੂੰ ਰੱਖ ਦੇਵਾਂਗੇ। ਅਸ ਬਿਦ ਕੀ ਕ੍ਰਿਤ ਕਰੋ ਨਿਬਾਹੀ, ਤੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਹੈ ਨਾ ਉਹ ਤੁਸੀਂ ਕਰਨਾ ਕਰੋ ਇੱਕ ਰਸ। ਅਟੁੱਟ ਹੋਏ ਸਭ ਕਿਛ ਘਰ ਮਾਹੀ, ਸਾਰਾ ਕੁਝ ਹੀ ਘਰ ਦੇ ਅੰਦਰ ਫਿਰ ਅਟੁੱਟ ਹੋ ਜਾਵੇਗਾ, ਨਹੀਂ ਮੁੱਕੇਗਾ। ਸ੍ਰੀ ਨਾਨਕ ਸੁਨ ਕਰ ਪਿਤ ਬਾਨੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਜੀ ਦੇ ਬਚਨ ਸੁਣ ਕਰਕੇ, ਜੋ ਧਨ ਤ੍ਰਿਸ਼ਨਾ ਮਹਿ ਲਪਟਾਨੀ, ਜਿਹੜੇ ਬਚਨ ਪਿਤਾ ਜੀ ਦੇ ਧਨ ਦੀ ਤ੍ਰਿਸ਼ਨਾ ਵਿੱਚ ਲਪਟੇ ਹੋਏ ਆ, ਮਿਲੇ ਹੋਏ ਆ ਕਿ ਧਨ ਕਿਵੇਂ ਪ੍ਰਾਪਤ ਹੋਵੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਆਪਣੇ ਪਿਤਾ ਜੀ ਦੇ ਬਚਨ ਸੁਣੇ ਆ,
ਜੋ ਧਨ ਦੀ ਪਕੜ ਵਿੱਚ ਲਪਟੇ ਹੋਏ ਬਚਨ ਹਨ। ਸੁਨੋ ਪਿਤਾ ਜੀ ਆਇਸ ਤੇ ਜੈਸੀ। ਮਹਾਰਾਜ ਜੀ ਕਹਿਣ ਲੱਗੇ, ਪਿਤਾ ਜੀ ਸੁਣੋ, ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੈ, ਕਹੋ ਆਪ ਹੋਂ ਕਰਹੁ ਤੈਸੀ। ਜਿਸ ਤਰ੍ਹਾਂ ਆਪ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਤਬ ਕਾਲੂ ਦੀਏ ਬੀਜ ਤੁਲਾਇਆ। ਤਦੋਂ ਬਾਬਾ ਕਾਲੂ ਜੀ ਨੇ ਤਿਸ ਸਮੇਂ ਬੀਜ ਜਿਹੜਾ ਸੀ ਨਾ ਉਹ ਤੁਲਾ ਦੇਣਾ ਕੀਤਾ। ਇੱਕ ਕਾਮਾ ਸੁਤ ਸੰਗ ਰਲਾਇਆ। ਇੱਕ ਕਾਮਾ ਨੌਕਰ ਜਿਹੜਾ ਸੀ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਤੋਰ ਦਿੱਤਾ। ਲਾਂਗੁਲ ਬੀਜ ਲਏ ਕਰ ਦੋ। ਮਹਾਰਾਜ ਜੀ ਨੇ ਹਲ ਵੀ ਲੈ ਲਿਆ ਤੇ ਬੀਜ ਵੀ ਲੈ ਲਿਆ ਆਪਣੇ ਹੱਥਾਂ ਵਿੱਚ। ਇਉਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਹਲ ਵੀ ਲੈ ਕੇ ਤੇ ਬੀਜ ਲੈ ਕੇ ਸਤਿਗੁਰੂ ਜੀ ਤੁਰ ਪਏ ਆ। ਵਾਹਣ ਗਏ ਭੂਮਿਕਾ ਸੋ। ਉਹ ਧਰਤੀ ਜਿਹੜੀ ਸੀ ਸੱਚੇ ਪਾਤਸ਼ਾਹ ਜੀ ਉਹਨੂੰ ਵਾਹੁਣ ਵਾਸਤੇ ਚੱਲ ਪਏ। ਕਹੂੰ ਕਹੂੰ ਕਾਢਿਓ ਸੀਆਰਾ। ਸਿਹਾੜ ਜਿਹੜੇ ਸੀ ਨਾ ਸੱਚੇ ਪਾਤਸ਼ਾਹ ਜੀ ਨੇ ਕਿਤੇ ਕਿਤੇ ਕੱਢੇ ਹਨ। ਜਿਤੋ ਬੀਜ ਦੀਏ ਸਭ ਵਿਸਤਾਰਾ। ਜਿੰਨਾ ਬੀਜ ਸੀ ਸਾਰਾ ਜਿਹੜਾ ਸੀ ਉਹ ਬੀਜ ਜਿਹੜਾ ਉਹਦਾ ਛੱਟਾ ਦੇ ਦਿੱਤਾ। ਭਈ ਸੰਜ ਆਏ ਨਿਜ ਸਦਨਾ। ਜਦੋਂ ਸ਼ਾਮ ਹੋਈ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਘਰ ਆ ਗਏ। ਕਾਲੂ ਪਰਫੁੱਲਤ ਪਿਖ ਬਦਨਾ। ਬਾਬਾ ਕਾਲੂ ਜੀ ਦਾ ਬੜਾ ਹੀ ਮਨ ਖੁਸ਼ ਹੋਇਆ ਸ੍ਰੀ ਗੁਰੂ ਜੀ ਦਾ ਚਿਹਰਾ ਵੇਖ ਕਰਕੇ। ਸ੍ਰੀ ਗੁਰ ਕਰਮ ਹੈ ਬਰਕਤ ਭਾਰੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕਰ ਕਮਲਾਂ ਵਿੱਚ ਬਹੁਤ ਭਾਰੀ ਬਰਕਤ ਹੈ। ਕਿਹ ਮਹਿ ਸ਼ਕਤ ਸੋ ਕਰਹਿ ਉਚਾਰੀ। ਕਵੀਰਾਜ ਕਹਿੰਦੇ ਕਿਹਦੇ ਵਿੱਚ ਸ਼ਕਤੀ ਹੈ ਜੋ ਸ੍ਰੀ ਗੁਰੂ ਜੀ ਦੇ ਕਰ ਕਮਲਾਂ ਦੀ ਬਰਕਤ ਦੱਸ ਸਕੇ। ਉਹ ਤਾਂ ਬਰਕਤ ਦੱਸ ਹੀ ਨਹੀਂ ਸਕਦੀ ਹੈ ਨਾ ਸਤਿਗੁਰੂ ਜੀ ਦੇ ਹੱਥਾਂ ਦੀ, ਮਹਾਰਾਜ ਦੇ ਹਸਤ ਕਮਲਾਂ ਦੀ ਬਰਕਤ ਕੌਣ ਦੱਸ ਸਕਦਾ ਹੈ। ਕਹਿੰਦੇ ਕਿਹਦੇ ਵਿੱਚ ਭਾਰੀ ਸ਼ਕਤੀ ਹੈ ਜਿਹੜਾ ਸ੍ਰੀ ਗੁਰੂ ਜੀ ਦੇ ਕਰ ਕਮਲਾਂ ਦੀ ਬਰਕਤ ਨੂੰ ਬਿਆਨ ਕਰ ਸਕੇ। ਦਿਵਸ ਤੀਸਰੇ ਪੀ ਸਮਝਾਈ। ਤਿੰਨੇ ਤੇ ਤੀਸਰੇ ਦਿਨ ਹੀ ਜਿਹੜੀ ਸੀ ਨਾ ਉਹ ਖੇਤੀ ਜਿਹੜਾ ਮਹਾਰਾਜ ਨੇ ਬੀਜ ਬੀਜਿਆ ਸੀ, ਛੱਟਾ ਦਿੱਤਾ ਸੀ, ਉਹ ਸਾਰੀ ਹਰਿਆਵਲਤਾ ਹੋ ਗਈ ਤੇ ਉਹਨੇ ਆਪਣਾ ਮੂੰਹ ਕੱਢ ਲਿਆ। ਬੀਜਾਂ ਨੇ ਹਰਿਆਵਲਤਾ ਛਾ ਗਈ ਚਾਰ ਸਫੇਰੇ। ਜਨ ਅਵਨੀ ਨਿਜ ਅਨੰਦ ਜਨਾਈ। ਜਾਣਨਾ ਕਰੋ ਜਿਵੇਂ ਧਰਤੀ ਹੀ ਆਪਣਾ ਆਨੰਦ ਜਣਾ ਰਹੀ ਹੋਵੇ ਕਿ ਸ੍ਰੀ ਗੁਰੂ ਜੀ ਨੇ ਮੇਰੇ ਤੇ ਚਰਨ ਪਾਏ ਹਨ। ਕਾਲੂ ਜਾਏ ਕਿਰਖੀ ਜਬ ਦੇਖੀ। ਜਦੋਂ ਬਾਬਾ ਕਾਲੂ ਜੀ ਨੇ ਜਾ ਕਰਕੇ ਖੇਤੀ ਨੂੰ ਵੇਖਣਾ ਕੀਤਾ, ਸਗਨ ਉਗੀ ਭਾ ਮੋਦ ਵਸੇਖੀ। ਬੜੀ ਸੰਘਣੀ ਉੱਗੀ ਹੈ ਤੇ ਵੇਖ ਕਰਕੇ ਬਾਬਾ ਕਾਲੂ ਜੀ ਬੜੇ ਖੁਸ਼ ਹੋਏ, ਬੜਾ ਆਨੰਦ ਪ੍ਰਾਪਤ ਹੋਇਆ। ਹੋਏ ਤਾਤ ਮਮ ਵੱਡ ਕ੍ਰਿਖਕਾਰਾ। ਤੇ ਮਨ ਵਿੱਚ ਸੋਚਦੇ ਆ ਕਿ ਮੇਰਾ ਪੁੱਤਰ ਤਾਂ ਬਹੁਤ ਵੱਡਾ ਕਿਸਾਨ ਬਣੇਗਾ ਦਿਓ ਬਸਾਏ ਇੱਕ ਗ੍ਰਾਮ ਨਿਰਾਰਾ। ਤੇ ਫਿਰ ਮੈਂ ਕੀ ਕਰਾਂਗਾ ਕਿ ਇੱਕ ਵੱਖਰਾ ਹੀ ਨਗਰ ਆਪਣੇ ਪੁੱਤਰ ਨੂੰ ਵਸਾ ਦੇਵਾਂਗਾ। ਨਿਪਜਾਵਨ ਧਨ ਅਨਕ ਬਿਦਨ ਸੋ। ਤੇ ਅਨੇਕਾਂ ਤਰੀਕਿਆਂ ਦਾ ਹੋਰ ਵੀ ਅਨਾਜ ਜਿਹੜਾ ਹੈ ਉਹ ਫਿਰ ਪੈਦਾ ਕਰੇਗਾ ਮੇਰਾ ਪੁੱਤਰ। ਸ੍ਰੀ ਗੁਰੂ ਜੀ ਸਾਰੀ ਕਾਇਨਾਤ ਦੇ ਮਾਲਕ, ਗਰੀਬ ਨਵਾਜ ਮਹਾਰਾਜ ਦੇ ਪਿਤਾ ਜੀ ਇੱਕ ਨਗਰ ਦਾ ਮਾਲਕ ਸਤਿਗੁਰੂ ਜੀ ਨੂੰ ਬਣਾਉਣਾ ਚਾਹੁੰਦੇ ਆ। ਮਹਾਰਾਜ ਜੀ ਵਾਸਤੇ ਇਉਂ ਸੋਚਦੇ ਆ ਜਿਵੇਂ ਕੋਈ ਸਧਾਰਨ ਕਿਸੇ ਬਾਲਕ ਵਾਸਤੇ ਆਪਣੇ ਉਹਦੀ ਤਰੱਕੀ ਵਾਸਤੇ ਉਹਦਾ ਪਿਤਾ ਸੋਚਦਾ। ਬਾਬਾ ਕਾਲੂ ਜੀ ਨਹੀਂ ਜਾਣਦੇ ਤਾਂ ਸਾਰੀ ਮਾਇਆ ਦੇ ਹੀ ਮਾਲਕ ਹੈ, ਸਾਰੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੈ। ਨਹੀਂ ਨਾ ਜਾਣਦੇ ਇਉਂ ਭੁੱਲ ਕਰਕੇ ਫਿਰ ਇਉਂ ਵਿਚਾਰ ਕਰਦੇ ਆ ਕਿ ਇਹਨਾਂ ਨੂੰ ਫਿਰ ਮੈਂ ਨਗਰ ਵਸਾ ਦਿਆਂਗਾ ਤੇ ਨਾਨਾ ਪ੍ਰਕਾਰ ਦੇ ਹੋਰ ਵੀ ਬੀਜਾਂ ਦੀ ਖੇਤੀ ਜਿਹੜੀ ਉਹ ਆਪਾਂ ਕਰਿਆ ਕਰਾਂਗੇ। ਆਇਓ ਕਰਤ ਚਿਤਵਨ ਨਿਜ ਮਨ ਸੋ। ਆਪਣੇ ਮਨ ਦੇ ਅੰਦਰ ਇਹੋ ਜੀਆਂ ਚਿਤਵਨੀਆਂ ਕਰਦੇ ਹੋਏ ਬਾਬਾ ਕਾਲੂ ਜੀ ਘਰ ਨੂੰ ਆ ਗਏ ਆ। ਸ੍ਰੀ ਗੁਰੂ ਨਾਨਕ ਹਿਰਦੇ ਵਿਚਾਰੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹਜੂਰ ਨੇ ਆਪਣੇ ਹਿਰਦੇ ਦੇ ਅੰਦਰ ਵਿਚਾਰ ਕੀਤੀ। ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਕਿ ਪਿਤਾ ਜੀ ਨੂੰ ਦਿਨ ਪ੍ਰਤੀ ਹਰ ਰੋਜ਼ ਧਨ ਦੀ ਜਿਹੜੀ ਪਕੜ ਵੈ ਤ੍ਰਿਸ਼ਨਾ ਹੈ ਉਹ ਬਹੁਤ ਵੱਧਦੀ ਜਾ ਰਹੀ ਹੈ। ਜਾਂ ਤੇ ਅਬਹੀ ਬਨਹਿਨ ਬੇਰੋ। ਇਸ ਕਰਕੇ ਧਨ ਦੀ ਤ੍ਰਿਸ਼ਨਾ ਦਾ ਹੁਣੇ ਨਿਬੇੜਾ ਕਰਨਾ ਚਾਹੀਦਾ, ਇਹਦਾ ਹੁਣੀ ਗੱਲ ਮੁਕਾਉਣੀ ਚਾਹੀਦੀ ਹੈ। ਧਨ ਖਟਣੇ ਕੋ ਮਿਟਵੈ ਝੇਰੋ। ਜਿਹੜਾ ਧਨ ਦੇ ਕਮਾਉਣ ਦਾ ਝਗੜਾ ਪਿਆ ਹੋਇਆ ਨਾ ਇਹ ਝਗੜਾ ਹੀ ਖਤਮ ਕਰ ਦੇਣਾ ਚਾਹੀਦਾ ਏ। ਵੈਸੇ ਬਹੁਰ ਖੇਤ ਰਖਵਾਰੀ। ਬਹੁਰੋ ਸਤਿਗੁਰੂ ਜੀ ਜਦੋਂ ਖੇਤ ਦੀ ਰਖਵਾਲੀ ਵਾਸਤੇ ਬੈਠੇ ਆ। ਵਰਜਹਿ ਕਿਸ ਨਾ ਚਰਹਿ ਪਸ ਝਾਰੀ। ਮਹਾਰਾਜ ਕਿਸੇ ਨੂੰ ਵੀ ਨਹੀਂ ਹਟਾਉਂਦੇ, ਸਾਰੇ ਪਸ਼ੂ ਜਿਹੜੇ ਆ ਉਹ ਚਰੀ ਜਾਂਦੇ ਆ ਖੇਤੀ ਨੂੰ। ਇੰਨੀ ਸੰਘਣੀ ਖੇਤੀ ਸੋਹਣੀ ਉੱਗੀ ਪਰ ਮਹਾਰਾਜ ਜੀ ਰਖਵਾਲੀ ਜਦੋਂ ਬੈਠੇ ਤੇ ਕਿਸੇ ਨੂੰ ਰੋਕਦੇ ਹੀ ਨਹੀਂ ਸ੍ਰੀ ਗੁਰੂ ਜੀ।
ਸਾਰੇ ਪਸ਼ੂ ਜਿਹੜੇ ਖੇਤੀ ਐਵੇਂ ਹੀ ਚਰੀ ਜਾਂਦੇ ਆ। ਰਾਸ਼ਬ ਬੜਵਾ ਗੋ ਮ੍ਰਿਗ ਬ੍ਰਿੰਦਾ। ਬਹੁਤ ਜ਼ਿਆਦੇ ਇਸ ਪ੍ਰਕਾਰ ਜਿਹੜੇ ਸੀਗੇ ਖੋਤੇ ਤੇ ਇਸ ਪ੍ਰਕਾਰ ਜਿਹੜੇ ਆ ਉਹ ਫਿਰ ਪੜੋ। ਰਾਸ਼ਬ ਬੜਵਾ ਗੋ ਮ੍ਰਿਗ ਬ੍ਰਿੰਦਾ। ਤੇ ਬਹੁਤੀਆਂ ਇਸ ਪ੍ਰਕਾਰ ਜਿਹੜੀਆਂ ਘੋੜੀਆਂ ਹਨ, ਗਾਵਾਂ ਮੱਝਾਂ ਹਨ, ਬਹੁਤ ਜ਼ਿਆਦੀਆਂ। ਚਰਤ ਖੇਤ ਰਹਿ ਬੈਸ ਅਨੰਦਾ। ਤੇ ਚਰ ਕੇ ਖੇਤ ਨੂੰ ਤੇ ਉੱਥੇ ਬੈਠੀਆਂ ਰਹਿੰਦੀਆਂ ਬੜੇ ਆਨੰਦ ਦੇ ਨਾਲ। ਦਿਨ ਦੋ ਇੱਕ ਮਹਿ ਦੀਨਨ ਬੇਰੀ। ਇੱਕ ਦੋ ਦਿਨ ਦੇ ਅੰਦਰ ਹੀ ਸਾਰਾ ਖੇਤ ਨਿਬੇੜ ਦਿੱਤਾ, ਜਿੰਨਾ ਕੁ ਮਹਾਰਾਜ ਬੀਜਿਆ ਸੀਗਾ ਉਹ ਸਾਰਾ ਗਾਵਾਂ ਮੱਝਾਂ ਤੇ ਇਸ ਪ੍ਰਕਾਰ ਘੋੜੀਆਂ ਤੇ ਖੋਤਿਆਂ ਨੂੰ ਹੀ ਖਵਾ ਦਿੱਤਾ ਸਾਰਾ। ਮਹਾਰਾਜ ਜੀ ਹਟਾਇਆ ਹੀ ਨਹੀਂ, ਕਿਸੇ ਨੂੰ ਮੋੜਿਆ ਹੀ ਨਹੀਂ। ਇੱਕ ਨਾ ਬੂਟ ਜਹ ਸਗਨ ਕਨੇਹਰੀ। ਇੰਨੀ ਜਿੱਥੇ ਸੰਘਣੀ ਖੇਤੀ ਸੀ ਇੱਕ ਵੀ ਬੂਟਾ ਨਹੀਂ ਰਿਹਾ। ਕਾਲੂ ਗਇਓ ਬਿਲੋਕਨ ਖੇਤੂ। ਤੇ ਬਾਬਾ ਕਾਲੂ ਜੀ ਨੂੰ ਤੇ ਬੜਾ ਚਾਅ ਹੈ ਕਿ ਚੰਗੀ ਖੇਤੀ ਚੰਗੀ ਹੋਈ ਆ, ਹੁਣ ਆਪਾਂ ਇੱਕ ਨਗਰ ਹੀ ਵਸਾਵਾਂਗੇ, ਹੋਰ ਖੇਤੀ ਜਿਹੜੇ ਬੀਜਾਂ ਦੀ ਖੇਤੀ ਵੀ ਕਰਿਆ ਕਰਾਂਗੇ। ਤੇ ਮਹਾਰਾਜ ਦੇ ਪਿਤਾ ਜੀ ਜਦੋਂ ਖੇਤੀ ਵੇਖਣ ਵਾਸਤੇ ਇੱਕ ਦਿਨ ਗਏ ਆ ਬਾਹਰ ਖੇਤਾਂ ਨੂੰ। ਡਿੱਗ ਬੈਠੇ ਬੇਦੀ ਕੁਲ ਕੇਤੂ। ਬੇਦੀਆਂ ਦੇ ਕੁਲ ਦੇ ਨਿਸ਼ਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੇਤਾਂ ਦੇ ਕੋਲ ਬੈਠੇ ਆ। ਫਿਰੈ ਕਿਦਾਰ ਮੱਧ ਪਸ ਬ੍ਰਿੰਦਾ। ਬਹੁਤ ਜ਼ਿਆਦੇ ਪਸ਼ੂ ਜਿਹੜੇ ਉਹ ਤਾਂ ਖੇਤਾਂ ਦੇ ਵਿੱਚ ਫਿਰ ਰਹੇ ਆ। ਕਿਸੈ ਨ ਬਰਜੈ ਆਨੰਦ ਕੰਦਾ। ਤੇ ਆਨੰਦ ਦੇ ਮੂਲ ਮੁੱਢ ਸਤਿਗੁਰੂ ਜੀ ਕਿਸੇ ਨੂੰ ਵਰਜਦੇ ਹੀ ਨਹੀਂ, ਹਟਾਉਂਦੇ ਹੀ ਨਹੀਂ ਪਸ਼ੂਆਂ ਦੇ ਤਾਂ ਹੀ। ਬਿਦ ਦੇਖ ਕ੍ਰੋਧ ਭਾ ਕਾਲੂ। ਇਸ ਤਰ੍ਹਾਂ ਵੇਖ ਕਰਕੇ ਬਾਬਾ ਕਾਲੂ ਜੀ ਨੂੰ ਤਾਂ ਬਹੁਤ ਗੁੱਸਾ ਆਇਆ, ਬਹੁਤ ਮਨ ਦੇ ਅੰਦਰ ਕ੍ਰੋਧ ਆ ਗਿਆ। ਮੁਖ ਬੋਲਤ ਦੁਰਬਚਨ ਬਿਸਾਲੂ। ਬਹੁਤ ਜ਼ਿਆਦੇ ਖੋਟੇ ਬਚਨ ਜਿਹੜੇ ਸੀ ਨਾ ਬਾਬਾ ਕਾਲੂ ਜੀ ਆਪਣੇ ਮੁਖ ਤੋਂ ਬੋਲਣ ਲੱਗੇ। ਮੰਦ ਭਾਗ ਮੈਂ ਆਪਨ ਨਿਹਾਰਾ। ਕੀ ਕਹਿੰਦੇ ਐ, ਨਹੀਂ ਮਹਾਰਾਜ ਦੀ ਮਹਿਮਾ ਜਾਣਦੇ ਤੇ ਕਹਿੰਦੇ ਆ ਮੈਂ ਆਪਣੇ ਮੰਦੇ ਭਾਗ ਵੇਖ ਰਿਹਾ ਹਾਂ। ਤੂੰ ਸੁਤ ਜਨਮਿਓ ਸਦਨ ਉਜਾਰਾ। ਜੋ ਤੂੰ ਮੇਰੇ ਘਰ ਵਿੱਚ ਪੁੱਤਰ ਬਣ ਕਰਕੇ ਪੈਦਾ ਹੋਏ, ਭਾਵ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ ਮੇਰਾ ਘਰ ਹੀ ਸਾਰਾ ਉਜਾੜ ਦਿੱਤਾ ਏ। ਆਰ ਬਲਾ ਲਗ ਮਹਿ ਤਬ ਚਾਲੀ। ਤੇ ਇਹ ਜਿਹੜੀ ਆਰ ਬਲਾ ਜਦੋਂ ਛੋਟੀ ਉਮਰ ਸੀ ਉਦੋਂ ਹੀ ਤੁਹਾਡੀਆਂ ਚਾਲਾਂ ਜਿਹੜੀਆਂ ਸੀ ਨਾ, ਭਾਵ ਸੁਭਾਅ ਜਿਹੜਾ ਸੀ ਉਹ ਐਸਾ ਸੀਗਾ। ਵਸਤ ਖੋਏ ਕੀ ਆਲੇ ਖਾਲੀ। ਸਾਰੀਆਂ ਵਸਤੂਆਂ ਗਵਾ ਦਿੱਤੀਆਂ ਘਰ ਦੀਆਂ, ਮੇਰਾ ਤਾਂ ਘਰ ਹੀ ਖਾਲੀ ਕਰ ਛੱਡਿਆ। ਉਚਿਤ ਕਮਾਵਨ ਅਬ ਭੀ ਬੈਸਾ। ਤੇ ਹੁਣ ਜੋਗ ਹੋਏ ਉਹ ਕਮਾਉਣ ਦੇ ਤੇ ਤਾਂ ਵੀ ਬੈਠੇ ਹੋ ਬੜੇ ਆਰਾਮ ਨਾਲ। ਕਰਨ ਕੁਕਾਜ ਲੱਗੇ ਪੁਨ ਐਸਾ। ਤੇ ਫਿਰ ਇਹੋ ਜਿਹਾ ਖੋਟਾ ਕੰਮ ਜਿਹੜਾ ਉਹ ਕਰਨ ਲੱਗੇ ਹੋ। ਮੁਝ ਪਛਾਤ ਖਾਹੇ ਕ੍ਰਿਤ ਕਰ ਕੋ। ਤੇ ਮੇਰੇ ਤੋਂ ਬਾਅਦ ਕਿਹੜੀ ਕਿਰਤ ਕਰਕੇ, ਕਿਹੜੀ ਕਿਰਤ ਕਰਕੇ, ਕਿਹੜਾ ਕੰਮ ਕਰਕੇ ਖਾਓਗੇ। ਗੁਰੂ ਸਾਹਿਬ ਜੀ ਨੂੰ ਕਹਿੰਦੇ ਜਿਵੇਂ ਆਮ ਮਾਂ ਪਿਓ ਆਪਣੇ ਬੱਚਿਆਂ ਦੀ ਚਿੰਤਾ ਕਰਦੇ ਆ ਨਾ, ਇਸ ਤਰ੍ਹਾਂ ਸ੍ਰੀ ਗੁਰੂ ਜੀ ਦੀ ਚਿੰਤਾ ਕਰਦਿਆਂ ਹੋਇਆ ਆਪਣਾ ਪੁੱਤਰ ਜਾਣ ਕੇ, ਇਹ ਨਹੀਂ ਪਤਾ ਕਿ ਤਾਂ ਸਾਰੀ ਕਾਇਨਾਤ ਨੂੰ ਹੀ ਰੋਜੀ ਦੇਣ ਵਾਲੇ ਐ। ਮਹਾਰਾਜ ਦੇ ਪਿਤਾ ਜੀ ਕਹਿੰਦੇ ਆ ਮੇਰੇ ਤੋਂ ਬਾਅਦ ਜਦੋਂ ਮੈਂ ਨਹੀਂ ਸੰਸਾਰ ਵਿੱਚ ਰਿਹਾ ਤੇ ਕਿਹੜਾ ਕੰਮ ਕਰਕੇ ਰੋਟੀ ਖਾਓਗੇ। ਰਲੇ ਫਕੀਰਨ ਸੋ ਤਜ ਘਰ ਕੋ। ਤੇ ਮੈਨੂੰ ਤੇ ਇਉਂ ਲੱਗਦਾ ਘਰ ਨੂੰ ਛੱਡ ਕੇ ਫਿਰ ਫਕੀਰਾਂ 'ਚ ਹੀ ਰਲ ਜਾਓਗੇ। ਹੇਰ ਹੇਰ ਕਹਿ ਵਾਕ ਕਠੋਰਾ। ਵੇਖ ਵੇਖ ਕੇ ਮਹਾਰਾਜ ਜੀ ਵੱਲ ਸਗੋਂ ਗੁੱਸੇ ਵਿੱਚ ਸਖਤ ਬੋਲ ਮਹਾਰਾਜ ਦੇ ਪਿਤਾ ਜੀ ਕਹਿੰਦੇ ਆ। ਲੱਖ ਕੁਚਾਲ ਕੋ ਰੋਸ ਨਾ ਥੋਰਾ। ਬਹੁਤ ਇਉਂ ਮਹਾਰਾਜ ਦੀ ਇਹ ਖੋਟੀ ਚਾਲ ਜਾਣ ਕਰਕੇ ਸਤਿਗੁਰੂ ਜੀ ਤਾਂ ਮਨ 'ਚ ਸੋਚਿਆ ਕਿ ਨਿਬੇੜ ਹੀ ਦਈਏ ਕੰਮ ਹੁਣ, ਜਿਹੜਾ ਪਿਤਾ ਜੀ ਨੂੰ ਮਾਇਆ ਦਾ ਬਾਹਲਾ ਲੋਭ ਵੱਧ ਰਿਹਾ ਹੈ ਤੇ ਇਹ ਪਹਿਲੋਂ ਜੱਬ ਨਿਬੇੜਨਾ ਚਾਹੀਦਾ ਹੈ। ਤੇ ਮਹਾਰਾਜ ਤੇ ਇਹ ਸੋਚ ਕੇ ਖੇਤ 'ਚ ਛੱਡਦੇ ਪਸ਼ੂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਤਾ ਜੀ ਇਹਨੂੰ ਖੋਟੀ ਚਾਲ ਜਾਣਦੇ ਆ ਕਿ ਇਹ ਤਾਂ ਖੋਟਾ ਕੰਮ ਹੋ ਗਿਆ। ਮਹਾਰਾਜ ਦੇ ਪਿਤਾ ਜੀ ਦੇ ਹਿਸਾਬ ਨਾਲ ਖੋਟਾ ਹੋਇਆ ਨਾ, ਪਰ ਸਤਿਗੁਰੂ ਜੀ ਤਾਂ ਭਲਾ ਕਰਦੇ ਆ, ਗਰੀਬ ਨਵਾਜ ਇਉਂ ਕਹਿੰਦੇ ਹਨ। ਤੁਝ ਜਨਮੇ ਤੇ ਕੋ ਪਿਛਲੀ ਪੰਕਤੀ। ਲੱਖ ਕੁਚਾਲ ਕੋ ਰੋਸ ਨਾ ਥੋਰਾ। ਥੋੜਾ ਗੁੱਸਾ ਨਹੀਂ, ਬਹੁਤਾ ਗੁੱਸਾ ਹੈ ਸਤਿਗੁਰੂ ਜੀ ਦਾ ਇਹ ਵਿਵਹਾਰ ਵੇਖ ਕਰਕੇ। ਤੁਝ ਜਨਮੇ ਤੇ ਕੋ ਗੁਣ ਮੋਹੀ। ਤੇ ਕਹਿੰਦੇ ਆ ਗੁਰੂ ਜੀ ਨੂੰ ਕਿ ਤੁਹਾਡੇ ਜਨਮ ਲੈਣ ਨਾਲ, ਭਾਵ ਤੁਹਾਡੇ ਘਰ ਵਿੱਚ ਆਉਣ ਨਾਲ ਮੈਨੂੰ ਕੀ ਲਾਭ ਹੋਇਆ ਹੈ। ਵੇਖੋ ਸ੍ਰੀ ਗੁਰੂ ਜੀ ਨੂੰ ਇਹੋ ਜਿਹੇ ਬਚਨ ਆਖੇ ਹੈ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜਿਨ੍ਹਾਂ ਦੇ ਅਵਤਾਰ ਧਾਰਨੇ ਕਰਕੇ ਹੀ ਜਦੋਂ ਬਾਬਾ ਕਾਲੂ ਜੀ ਨੂੰ ਪਤਾ ਲੱਗਣਾ ਨਾ, ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਦੋਂ ਆਪਣਾ ਆਪ ਪ੍ਰਗਟ ਕਰਨਾ ਜਦੋਂ ਉਹਨਾਂ ਦੇ ਸੱਚਖੰਡ ਜਾਣ ਦਾ ਸਮਾਂ ਆਵੇਗਾ।
ਜਦੋਂ ਸ੍ਰੀ ਗੁਰੂ ਜੀ ਦੇ ਡੰਕੇ ਵੱਜਣਗੇ ਸਭ ਕਾਇਨਾਤ ਦੇ ਅੰਦਰ, ਫਿਰ ਸੱਚੇ ਪਾਤਸ਼ਾਹ ਜੀ ਤੋਂ ਮੁਆਫੀ ਜਾਚਨਾ ਵੀ ਕਰਨਗੇ ਬਚਪਨ ਦੇ ਕਹੇ ਹੋਏ ਇਹਨਾਂ ਬੋਲਾਂ ਦਾ। ਪਰ ਮਹਾਰਾਜ ਦੇ ਪਿਤਾ ਜੀ ਹਨ, ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਉਂ ਬਚਨ ਕਹਿੰਦੇ ਆ, ਤੁਹਾਡੇ ਘਰ ਵਿੱਚ ਇੱਥਾਂ ਮੇਰੇ ਘਰ ਵਿੱਚ ਤੁਹਾਡਾ ਜਨਮ ਹੋਇਆ ਹੈ, ਤੇ ਜਨਮ ਲੈਣ ਨਾਲ ਮੈਨੂੰ ਕੀ ਲਾਭ ਹੋਇਆ ਏ। ਜਾਂ ਤੇ ਭਲੋ ਰਹਿਤ ਮੈਂ ਯੋਹੀ। ਤੇ ਇਸ ਕਰਕੇ ਤਾਂ ਮੈਂ ਇਵੇਂ ਹੀ ਚੰਗਾ ਰਹਿੰਦਾ, ਭਾਵ ਮੇਰੇ ਔਲਾਦ ਨਾ ਹੀ ਹੁੰਦੀ। ਗੁੱਸੇ ਵਿੱਚ ਇਉਂ ਕਹਿੰਦੇ ਆ ਸ੍ਰੀ ਗੁਰੂ ਜੀ ਨੂੰ। ਇੱਕ ਸਪੂਤ ਬਹੁ ਦਰਬ ਕਮਾਵਹਿ। ਇੱਕ ਪੁੱਤਰ ਵੈ ਤੇ ਇੱਕ ਇੱਕ ਪੁੱਤਰ ਹੁੰਦੇ ਆ, ਬਹੁਤ ਜ਼ਿਆਦਾ ਧਨ ਕਮਾਉਂਦੇ ਆ। ਤੂੰ ਅਸ ਭਾ ਜੋ ਬਾਦ ਗਵਾਵਹਿ। ਤੇ ਤੁਸੀਂ ਤਾਂ ਇਹੋ ਜਿਹੇ ਹੋਏ, ਮਹਾਰਾਜ ਜੀ ਨੂੰ ਕਹਿੰਦੇ ਆ ਕਿ ਸਾਰਾ ਵਿਅਰਥ ਹੀ ਸਭ ਕੁਝ ਗਵਾ ਦਿੱਤਾ ਏ। ਜਾਏ ਨਗਰ ਪੁਨ ਦਿਜਬਰ ਸਦਨਾ। ਤੇ ਫਿਰ ਜਦੋਂ ਇਹੋ ਜੀ ਕੋਈ ਮਹਾਰਾਜ ਦੇ ਨਾਲ ਨਾਰਾਜ਼ਗੀ ਹੁੰਦੀ ਹੈ ਨਾ ਸ੍ਰੀ ਗੁਰੂ ਜੀ ਦੇ ਪਿਤਾ ਜੀ ਦੀ, ਤੇ ਫਿਰ ਪੰਡਤ ਦੇ ਘਰ ਵਿੱਚ ਜ਼ਰੂਰ ਜਾਂਦੇ, ਹਰਦਿਆਲ ਜੀ ਦੇ ਘਰ ਵਿੱਚ ਲਾਂਭਾ ਦੇਣ ਨੂੰ, ਕਿ ਤੁਸੀਂ ਬੜੀਆਂ ਚੰਗੀਆਂ ਗੱਲਾਂ ਦਸੀਆਂ ਸੀਗੀਆਂ, ਪਹਿਲਾਂ ਵੀ ਉਹ ਜ਼ਿਕਰ ਆਇਆ ਗਏ ਸੀਗੇ, ਤੇ ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਨਾ ਪੰਡਤ ਹਰਦਿਆਲ ਜੀ ਦੇ ਘਰ ਨੂੰ ਚੱਲ ਪਏ ਐ ਉਪਾਲੰਭ ਜਿਹੜਾ ਹੈ ਅਲੰਭਾ ਦੇਣ ਵਾਸਤੇ। ਉਪਾਲੰਭ ਕੇ ਕਹਿ ਬਚ ਬਦਨਾ। ਆਪਣੇ ਮੁਖ ਤੋਂ ਉਲਾਂਭੇ ਦੇ ਬੋਲ ਕਹਿੰਦੇ ਆ ਜਾ ਕਰਕੇ। ਵੇਦ ਪੁਰਾਣ ਸਭੇ ਤੁਮ ਝੂਠੇ। ਕਹਿੰਦੇ ਆ ਪੰਡਤ ਜੀ ਤੁਹਾਡੇ ਵੇਦ ਤੇ ਪੁਰਾਣ ਸਾਰੇ ਝੂਠੇ ਹਨ। ਸੂਦੇ ਕਹੋ ਹੋਤ ਹੈ ਪੁੱਠੇ। ਤੁਸੀਂ ਜਿਹੜੀਆਂ ਸਿੱਧੀਆਂ ਗੱਲਾਂ ਕਹੀਆਂ ਨਾ ਉਹ ਸਾਰੀਆਂ ਪੁੱਠੀਆਂ ਹੋਈਆਂ ਹਨ। ਕਿਦੋ ਨਾ ਤੁਮ ਤੇ ਜਾਤ ਵਿਚਾਰੇ। ਕਿ ਜਾਂ ਤੁਹਾਡੇ ਕੋਲੋਂ ਇਹ ਵੇਦ ਤੇ ਸ਼ਾਸਤਰ ਵਿਚਾਰੇ ਹੀ ਨਹੀਂ ਜਾਂਦੇ, ਪੜ੍ਹੇ ਹੀ ਨਹੀਂ ਜਾਂਦੇ ਚੰਗੀ ਤਰ੍ਹਾਂ। ਕਿਦੋਂ ਹਰਖ ਹਿਤ ਪਾਜ ਉਚਾਰੇ। ਕਿ ਜਾਂ ਮੈਨੂੰ ਖੁਸ਼ ਕਰਨ ਵਾਸਤੇ ਐਵੇਂ ਝੂਠ ਬੋਲ ਦਿੱਤਾ ਸੀਗਾ। ਭਲੀ ਛਤਰ ਕੀ ਦੀਨ ਵਡਾਈ। ਚੰਗਾ ਸੋਹਣਾ ਛਤਰ ਦੀ ਵਡਿਆਈ ਦਿੱਤੀ ਹੈ। ਕਿਹਾ ਸੀ ਨਾ ਪੰਡਤ ਹਰਦਿਆਲ ਜੀ ਨੇ ਕਿ ਬਾਬਾ ਕਾਲੂ ਜੀ ਤੁਸੀਂ ਧੰਨ ਹੋਗੇ, ਤੁਹਾਡੇ ਸੀਸ ਤੇ ਛਤਰ ਫਿਰੇਗਾ। ਤੇ ਉਹ ਗੱਲ ਚੇਤੇ ਕਰਕੇ ਮਹਾਰਾਜ ਦੇ ਪਿਤਾ ਜੀ ਫਿਰ ਕਹਿੰਦੇ ਆ ਚੰਗਾ ਛਤਰ ਫਰਾਇਆ ਹੀ ਮੇਰੇ ਸਿਰ ਤੇ। ਇਉਂ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਉਲਾਂਭਾ ਦਿੰਦੇ ਆ ਪੰਡਤ ਹਰਦਿਆਲ ਜੀ ਨੂੰ। ਪੂਰਬ ਐਸ਼ਵਰਯ ਜਾਸ ਘਟਾਈ। ਜਿਨ੍ਹਾਂ ਨੇ ਮੇਰਾ ਪਹਿਲਾ ਵੀ ਐਸ਼ਵਰਜ ਜਿਹੜਾ ਸੁੱਖ ਸੀਗਾ, ਘਰ ਦੀ ਭਭੂਤੀ ਸੀ, ਘਟਾ ਦਿੱਤੀ ਹੈ, ਨਾਸ਼ ਕੀਤੀ ਹੈ। ਅਬ ਬੀਜਿਓ ਸਭ ਖੇਤ ਨਿਪਾਤੂ। ਹੁਣ ਬੀਜਿਆ ਹੋਇਆ ਸਾਰਾ ਖੇਤ ਜਿਹੜਾ ਉਜਾੜ ਦਿੱਤਾ, ਕੋਈ ਪੱਤਾ ਨਹੀਂ ਰਹਿਣ ਦਿੱਤਾ। ਪਸ ਚਰਵਾਏ ਨਾ ਕੀਨੀ ਤਰਾਤੂ। ਤੇ ਕੋਈ ਰੱਖਿਆ ਨਹੀਂ ਕੀਤੀ, ਕੋਈ ਸੰਭਾਲ ਨਹੀਂ ਕੀਤੀ, ਪਸ਼ੂਆਂ ਨੂੰ ਚਰਾ ਦਿੱਤਾ ਸਾਰਾ। ਜਬ ਕੋ ਜਨਮਿਓ ਇਨ ਸੁਧ ਲੀਨੀ। ਜਦੋਂ ਦਾ ਜਨਮ ਹੋਇਆ ਇਹਨਾਂ ਦਾ ਤੇ ਸਾਰ ਜਿਹੜੀ ਹੈ ਭਾਵ ਸੁਧ ਧਾਰਨ ਕੀਤੀ ਹੈ, ਜਵਾਨ ਹੋਏ ਹੈ। ਤਨ ਖੱਟਣ ਕੀ ਕ੍ਰਿਤ ਨਾ ਕੀਨੀ। ਤੇ ਧਨ ਦੇ ਕਮਾਉਣ ਦੀ ਇੱਕ ਵੀ ਕੰਮ ਜਿਹੜਾ ਉਹ ਨਹੀਂ ਕੀਤਾ। ਖੋਇਓ ਸੰਚਿਓ ਪੂਰਬ ਮੇਰੋ। ਮੇਰਾ ਪਹਿਲਾ ਕੀਤਾ ਇਕੱਠਾ ਕੀਤਾ ਹੋਇਆ ਧਨ ਵੀ ਗਵਾ ਦਿੱਤਾ ਏ। ਜਾਂ ਤੇ ਬਿਫਲ ਭਇਓ ਬਚ ਤੇਰੋ। ਇਸ ਕਰਕੇ ਇਹ ਪੰਡਤ ਹਰਦਿਆਲ ਤੇਰਾ ਕਿਹਾ ਹੋਇਆ ਬਚਨ ਸਾਰਾ ਹੀ ਬੇਫਲ ਹੋਇਆ ਹੈ, ਕੋਈ ਵੀ ਲਾਭ ਨਹੀਂ ਹੋਇਆ, ਕੋਈ ਤੇਰੀਆਂ ਕਈਆਂ ਗੱਲਾਂ ਜਿਹੜੀਆਂ ਸੱਚ ਨਹੀਂ ਹੋਈਆਂ। ਬੋਲਿਓ ਬਚਨ ਵਿਪਰ ਪਰਬੀਨਾ। ਤੇ ਜਿਹੜੇ ਸਿਆਣੇ ਹਰਦਿਆਲ ਪੰਡਤ ਜੀ ਐ ਉਹ ਤੇ ਸਮੇਂ ਮਹਾਰਾਜ ਦੇ ਪਿਤਾ ਜੀ ਨੂੰ ਗੁੱਸੇ ਵਿੱਚ ਇਉਂ ਲਾਂਭੇ ਦਿੰਦਿਆਂ ਹੋਇਆਂ ਸੁਣ ਕਰਕੇ ਬੋਲੇ ਆ। ਜਿਹ ਮਨ ਸ੍ਰੀ ਨਾਨਕ ਜਸ ਲੀਨਾ। ਜਿਨ੍ਹਾਂ ਦੇ ਮਨ ਨੇ ਗੁਰੂ ਨਾਨਕ ਸਾਹਿਬ ਜੀ ਦੇ ਜਸ ਨੂੰ ਪ੍ਰਾਪਤ ਕਰ ਲਿਆ, ਸਤਿਗੁਰੂ ਜੀ ਦੀ ਵੱਡੀ ਵਡਿਆਈ ਨੂੰ ਜਾਣਦੇ ਆ ਪੰਡਤ ਹਰਦਿਆਲ ਜੀ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਜਸ ਵਿੱਚ ਲੀਨ ਹੋਣਾ ਸਿੱਖਿਆ ਏ। ਸੁਣ ਕਾਲੂ ਤੂੰ ਮੂਲੋਹ ਭੂਲਾ। ਪੰਡਤ ਹਰਦਿਆਲ ਜੀ ਕਹਿੰਦੇ ਆ ਸੁਣ ਬਾਬਾ ਕਾਲੂ ਤੂੰ ਤਾਂ ਮੁੱਢੋਂ ਹੀ ਭੁੱਲ ਗਿਆ ਏ। ਸੁੱਧ ਸੁਸ਼ੀਲ ਤੇ ਨਿਤ ਪ੍ਰਤਕੂਲਾ। ਤੇ ਆਪਣੇ ਇਹੋ ਜੇ ਨਿਮਰਤਾ ਵਾਲੇ, ਇਹੋ ਜੇ ਠੰਡੇ ਸੁਭਾਅ ਵਾਲੇ ਪੁੱਤਰ ਤੋਂ ਸਦਾ ਹੀ ਉਲਟ ਚੱਲੇ ਹੋ। ਬਾਰ ਬਾਰ ਮੈਂ ਤੁਝ ਸਮਝਾਇਓ। ਬਾਰ ਬਾਰ ਮੈਂ ਤੁਹਾਨੂੰ ਸਮਝਾਉਣਾ ਕੀਤਾ ਏ ਜਗਤ ਉਦਾਹਰਨ ਹਿਤ ਇਹ ਆਇਓ। ਕਿ ਤੁਹਾਡਾ ਪੁੱਤਰ ਜਗਤ ਦੀ ਕਲਿਆਣ ਕਰਨ ਵਾਸਤੇ ਆਇਆ ਏ। ਭਗਵਤ ਗੀਤਾ ਸਾਰ ਵਿਚਾਰਾ। ਤੇ ਜਿਹੜਾ ਵੇਖੋ
ਸ਼੍ਰੀਮਦ ਭਾਗਵਤ ਗੀਤਾ ਦਾ ਸ੍ਰੇਸ਼ਟ ਸਾਰ ਸੀ ਉਹ ਕਿਵੇਂ ਉਹਨਾਂ ਨੇ ਵਿਚਾਰ ਕੇ ਦੱਸਿਆ। ਕਰੈ ਪੜ੍ਹੇ ਬਿਨ ਸ਼ਬਦ ਉਚਾਰਾ, ਤੇ ਬਿਨਾਂ ਪੜਨ ਤੋਂ ਹੀ ਉਹ ਸ਼ਬਦ ਜਿਹੜੇ ਸੀ ਮਹਿੰਗੇ ਮਹਿੰਗੇ ਕਿਵੇਂ ਉਚਾਰਨ ਕੀਤੇ ਸੀ, ਕਹਿਣਾ ਕੀਤੇ ਸਨ। ਜਿਨ ਮੋਹ ਕੋ ਸ਼ੁਭ ਦੀਨੀ ਗਿਆਨਾ, ਤੇ ਜਿਨ੍ਹਾਂ ਨੇ ਮੈਨੂੰ ਐਡਾ ਸ਼ੁਭ ਗਿਆਨ ਜਿਹੜਾ ਉਹ ਦੇਣਾ ਕੀਤਾ। ਜਿਹ ਬਚ ਸੁਨ ਮਮ ਮਨ ਠਹਿਰਾਨਾ, ਜਿਨ੍ਹਾਂ ਦੇ ਪਵਿੱਤਰ ਬਚਨ ਸੁਣ ਕਰਕੇ ਮੇਰਾ ਮਨ ਜਿਹੜਾ ਉਹ ਠਹਿਰ ਗਿਆ, ਰੁਕ ਗਿਆ ਫੁਰਨਿਆਂ ਤੋਂ। ਲੋਕ ਉਦਾਹਰਨ ਕਰੇ ਅਨੇਕੂ, ਅਨੇਕਾਂ ਹੀ ਲੋਕਾਂ ਦਾ ਉਧਾਰ ਕਰਨਗੇ ਇਸ ਸੰਸਾਰ ਦੇ ਅੰਦਰ। ਜਪਹਿ ਜਾਪ ਜੋ ਪਾਏ ਬਬੇਕੂ, ਜਿਹੜਾ ਜਪੇਗਾ ਜਾਪ ਇਹਨਾਂ ਦਾ ਦਿੱਤਾ ਹੋਇਆ ਉਹ ਗਿਆਨ ਪਾ ਲਵੇਗਾ। ਮੁਝ ਕੋ ਦੀਸਤ ਬਿਸ਼ਨ ਸਮਾਨਾ, ਮੈਨੂੰ ਤਾਂ ਵਿਸ਼ਨੂੰ ਦਾ ਰੂਪ ਦਿਸਦੇ ਆ, ਕਿਉਂਕਿ ਜਿਹੜਾ ਹੈ ਪੰਡਤ ਉਹ ਵਿਸ਼ਨੂੰ ਨੂੰ ਪਰਮੇਸ਼ਰ ਮੰਨਦੇ ਆ ਨਾ, ਤੇ ਇਸ ਕਰਕੇ ਪੰਡਤ ਹਰਦਿਆਲ ਜੀ ਕਹਿੰਦੇ ਮੈਨੂੰ ਤਾਂ ਵਿਸ਼ਨੂੰ ਦਾ ਸਰੂਪ ਦਿਖਾਈ ਦਿੰਦੇ ਆ। ਕਲਾਵਾਨਾ ਸਭ ਸ਼ੁਭ ਗੁਣ ਖਾਨਾ, ਇਹ ਤਾਂ ਕਲਾਵਾਨ ਹਨ, ਸ਼ਕਤੀ ਦੇ ਮਾਲਕ ਹਨ ਤੇ ਸਾਰੇ ਸ਼ੁਭ ਗੁਣਾਂ ਦੀ ਖਾਨ ਹਨ। ਵਿਪਰ ਬਚਨ ਸੁਨ ਕਰ ਤਬ ਕਾਲੂ, ਤਦੋਂ ਬਾਬਾ ਕਾਲੂ ਜੀ ਪੰਡਤ ਹਰਦਿਆਲ ਜੀ ਦੇ ਬਚਨ ਸੁਣ ਕਰਕੇ ਸਦਨੇ ਆਇਓ ਰੋਸ ਬਿਸਾਲੂ, ਆਪਣੇ ਘਰ ਵਿੱਚ ਆ ਗਏ ਐ। ਬਹੁਤ ਭਾਰੀ ਮਨ ਵਿੱਚ ਗੁੱਸਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ ਐ, ਤੇ ਜਿਵੇਂ ਅੱਗੇ ਪ੍ਰਸੰਗ ਆਵੇਗਾ ਤਾਂ ਆਪਾਂ ਫਿਰ ਸਰਵਣ ਕਰਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ ਐ। ਸ੍ਰੀ ਗੁਰੂ ਜੀ ਨੇ ਜੋ ਮਹਾਰਾਜ ਦੇ ਪਿਤਾ ਜੀ ਦੇ ਮਨ ਦੇ ਅੰਦਰ ਲਾਲਸਾ ਸੀ, ਜਿਵੇਂ ਜਿਵੇਂ ਹੋਰ ਵੱਧਦੀ ਸੀ, ਮਹਾਰਾਜ ਨੇ ਸੋਚਿਆ ਕਿ ਇਹ ਤਾਂ ਪਹਿਲਾਂ ਹੀ ਮੁਕਾ ਦਈਏ ਕੰਮ, ਕਿਉਂਕਿ ਰੋਜ਼ ਦਿਨ ਪ੍ਰਤੀ ਪਿਤਾ ਜੀ ਨੂੰ ਜ਼ਿਆਦਾ ਲੋਭ ਮਾਇਆ ਦਾ ਵੱਧਦਾ ਜਾਂਦਾ ਹੈ। ਪਰ ਮਹਾਰਾਜ ਦੇ ਪਿਤਾ ਜੀ ਜਿਹੜੇ ਆ ਬਹੁਤ ਨਾਰਾਜ਼ ਹੋਏ ਆ। ਪੰਡਤ ਹਰਦਿਆਲ ਜੀ ਨੇ ਸਮਝਾਇਆ ਹੈ ਤੇ ਉਹਨਾਂ ਤੋਂ ਸੁਣ ਕੇ ਬੋਲ ਘਰ ਆਏ ਐ। ਜਿਵੇਂ ਅੱਗੇ ਕਥਾ ਆਵੇਗੀ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਵਿਪਰ ਬਚਨ ਸੁਨ ਕਰ ਤਬ ਕਾਲੂ, ਸਦਨੇ ਆਇਓ ਰੋਸ ਬਿਸਾਲੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सरब मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, है भी हो अनहार। हे संत कै सदा संग, निधारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेवंदे, गुर पार उतारन हार। कथा निता प्रत होत है, सुनो सो सिंह सुजान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। वाहिगुरु जी का खालसा, वाहिगुरु जी की फतेह।